ठीकर फोर दलीस सिर प्रपुर किया प्यान, तेग बहादुर सी क्रिया करी ना किनुआन। कलगीधर पातशाह जी दे वचन, ਇਹੋ जी शहादत ਇਹੋ जी कुर्बानी ना किसी ने पहला कीती सी ना किसी ने करनी है। ये जो शहीद शब्द है ये इस्लाम ने पैदा किया है, इस्लाम विचों आया है। पर शहीद की जिहड़ी परिभाषा है, मापदंड, गुरु तेग बहादुर महाराज जी ने अंकित किया है। भावें गुरु ग्रंथ साहिब महाराज विच भी 2 बार शहीद शब्द आया है। गुरु तेग बहादुर महाराज जी का जन्म ਅੰਮ੍ਰਿਤਸਰ साहिब की धरती ते गुरु हरगोबिंद पातशाह ते माता नानकी जी के घर होया। घर विच सब तो छोटी संतान सन। सब तो छोटे होने के नाते सब तो वध प्यार इन्हां नूं प्राप्त होया। भाई गुरदास जी के बचन, जिवें एक मां दे अनेकां पुत्तर हुंदे ने, भावें सारियां दे लई मां दा प्यार हुंदा है, पर जिहड़ा पुत्तर गोदी विच हुंदा है ना, सब तो छोटा, वो कुदरती तौर ते मां नूं चंगा लगदा है। उन्हां दे बचन, जैसे एक जननी के होत अनेक सुत, सब ही ते अदक प्यारो सुत गोद। भावें अनेकां पुत्तर ने मां दे, सारे चंगे लगदे ने मां नूं, पर जिहड़ा गोदी विच है ना, उहनूं सब तो वध प्यारा लगदा है। गुरु हरगोबिंद पातशाह जी ने बहुत प्यार करना। एक दिन माता जी ने सहजे पुछ लिया भी तुहाडा स्नेह, तुहाडा प्यार इहदे नाल इन्ना ज्यादा। उदों गुरु साहिब ने सहजे बचन आखे सन जो साडे इतिहासक स्रोतां विच दर्ज ने, अजर जर उर धीर अंदर। भी पहला मैनूं इस करके प्यार करदा, बहुत धीरज वाला होवेगा, ਇਹ ਅਜਰ ਨੂੰ ਵੀ ਜਰ ਜਾਵੇਗਾ, ਜਿਹੜਾ ਨਾ ਜਰਿਆ ਜਾਣ ਵਾਲਾ ਉਹਨੂੰ ਵੀ ਜਰੇਗਾ। ਤੇ ਦੂਜਾ, ਇਨਕੋ ਸੁੱਤ ਹੋਤ ਬਲਵੰਡ, ਇਹਦੇ ਘਰ ਬਹੁਤ ਵੱਡਾ ਯੋਧਾ ਸੂਰਮਾ ਪੁੱਤਰ ਪੈਦਾ ਹੋਵੇਗਾ, ਜੋ ਵੈਰੀਆਂ ਦੇ ਦੁਸ਼ਮਣਾਂ ਦੀ ਜੜ੍ਹਾਂ ਉੱਟ ਸੁੱਟੇਗਾ। ਹੁਣ ਇੱਕ ਘਟਨਾ ਹੋਰ ਘਟੀ। ਜਦੋਂ 4 ਸਾਲ ਦੀ ਉਮਰ ਹੈ, ਵੱਡੇ ਭਰਾ ਗੁਰਦਿੱਤਾ ਜੀ ਦਾ ਵਿਆਹ, ਬਰਾਤ ਜਦੋਂ ਘਰੋਂ ਤੁਰਨ ਲੱਗੀ, ਇਹ ਘਰੋਂ ਬਾਹਰ ਨਿਕਲਦੇ ਨੇ, ਜਾ ਕੇ ਗਰੀਬ ਬੱਚਾ ਮਿਲਦਾ ਜੋ ਕਹਿੰਦਾ ਵੀ ਤੇਰੇ ਵਸਤਰ ਬੜੇ ਸੋਹਣੇ, ਮੇਰੇ ਕੋਲੇ ਇੰਨੇ ਵਸਤਰ ਨਹੀਂ, ਵੀ ਮੇਰੇ ਕੋਲ ਇੰਨੇ ਪੈਸੇ ਨਹੀਂ ਵੀ ਮੈਂ ਇੰਨੇ ਕੀਮਤੀ ਤੇ ਸੁੰਦਰ ਵਸਤਰ ਪਾ ਸਕਾਂ। ਤਰਸ ਦੀ ਮੂਰਤ ਗੁਰੂ ਸਾਹਿਬ ਨੇ ਆਪਣੇ ਕੀਮਤੀ ਵਸਤਰ ਲਾ ਕੇ ਸਾਰੇ ਉਸ ਬੱਚੇ ਨੂੰ ਦੇ ਦਿੱਤੇ। ਆਪ ਨੰਗੇ ਪਿੰਡੇ ਜਦੋਂ ਘਰ ਆਏ ਨਾ, ਮਾਤਾ ਵੇਖ ਕੇ ਬੜੀ ਹੈਰਾਨ, ਤੇ ਗੁਰੂ ਸਾਹਿਬ ਨੂੰ ਆਖਿਆ, ਆਹ ਵੇਖੋ ਆਪਣੇ ਪੁੱਤਰ ਨੂੰ। ਉਧਰ ਬਰਾਤ ਚੜਨ ਵਾਲੀ ਹੈ, ਇੰਨੇ ਲਾਡਾਂ ਚਾਵਾਂ ਦੇ ਨਾਲ ਇਹਨੂੰ ਤਿਆਰ ਕੀਤਾ ਸੀ। ਇਹ ਆਪਣੀ ਪੁਸ਼ਾਕ, ਕੀਮਤੀ ਵਸਤਰ ਸਾਰੇ ਲਾ ਕੇ ਬਾਹਰ ਗਰੀਬ ਨੂੰ ਦੇ ਆਏ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਸਾਹਿਬ ਨੂੰ ਬਚਪਨ ਵਿੱਚ ਗਲਵੱਕੜੀ ਵਿੱਚ ਲਿਆ ਤੇ ਸ਼ਾਬਾਸ਼ ਦਿੱਤੀ ਤੇ ਆਖਿਆ ਮਾਤਾ ਜੀ ਨੂੰ ਵੀ ਇਹ ਕਿਸੇ ਦਾ ਦੁੱਖ ਨਹੀਂ ਜਰ ਸਕੇਗਾ, ਇਹਦੇ ਤੋਂ ਕਿਸੇ ਦਾ ਦੁੱਖ ਨਹੀਂ ਜਰਿਆ ਜਾਂਦਾ। ਤੂੰ ਵਸਤਰਾਂ ਦੀ ਗੱਲ ਕਰਦੀ ਐ, ਇੱਕ ਸਮਾਂ ਐਸਾ ਆਵੇਗਾ ਇਹ ਦੂਜਿਆਂ ਦਾ ਦੁੱਖ ਵੇਖ ਕੇ ਆਪਣੇ ਸੁਆਸ ਵੀ ਨਿਛਾਵਰ ਕਰ ਦੇਵੇਗਾ, ਆਪਣਾ ਆਪ ਵੀ ਕੁਰਬਾਨ ਕਰ ਦੇਵੇਗਾ। ਇਹ ਬਹੁਤ ਵੱਡਾ ਤਿਆਗੀ ਬਲੀਦਾਨੀ ਹੋਵੇਗਾ। ਹੁਣ ਗੁਰੂ ਸਾਹਿਬ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋ ਗਿਆ 13 ਸਾਲ ਦੀ ਉਮਰ ਵਿੱਚ। ਕੁਝ ਚਿਰ ਹਜੇ ਵਿਆਹ ਨੂੰ ਹੋਇਆ, ਪੈਂਦੇ ਖਾਂ ਤੇ ਕਾਲੇ ਖਾਂ ਨੇ ਕਰਤਾਰਪੁਰ ਸਾਹਿਬ ਤੇ ਹਮਲਾ ਕਰ ਦਿੱਤਾ। ਇਹ ਜਿਹੜੀ ਜੰਗ ਹੈ ਵਿੱਚ ਬਾਜ਼ਾਰ ਦੇ ਹੋਈ। ਕੋਠੇ ਚੜ ਕੇ ਇੱਕ ਪਾਸੇ ਮਾਤਾ ਨਾਨਕੀ ਮਾਂ ਖੜੀ ਹੈ ਤੇ ਇੱਕ ਪਾਸੇ ਪਤਨੀ ਮਾਤਾ ਗੁਜਰੀ। ਮਾਤਾ ਗੁਜਰੀ ਜੀ ਨੇ ਵੀ ਆਪਣੇ ਪਤੀ ਨੂੰ ਜੰਗ ਦੇ ਮੈਦਾਨ ਵਿੱਚ ਜੋਹਰ ਵਿਖਾਉਂਦੇ ਵੇਖਿਆ। ਮਾਤਰ 14 ਸਾਲ ਦੀ ਉਮਰ ਵਿੱਚ ਸਵੇਰੇ ਜੰਗ ਆਰੰਭ ਹੋਈ। ਦੁਪਹਿਰ ਹੋਈ, ਜਦੋਂ ਸ਼ਾਮਾਂ ਢਲ ਗਈਆਂ ਨਾ, ਮਾਤਾ ਜੀ ਨੇ ਸੁਨੇਹਾ ਭੇਜਿਆ ਵੀ ਬਹੁਤ ਉਮਰ ਛੋਟੀ ਹੈ, ਇਹਨਾਂ ਨੂੰ ਘਰ ਭੇਜ ਦਿੱਤਾ ਜਾਏ, ਵੀ ਥੱਕ ਗਏ ਹੋਣਗੇ। ਅੱਗੋਂ ਜਿਹੜਾ ਜਵਾਬ ਗੁਰੂ ਤੇਗ ਬਹਾਦਰ ਮਹਾਰਾਜ ਨੇ ਭੇਜਿਆ, ਮਾਂ ਜੰਗ ਦੇ ਮੈਦਾਨ ਵਿੱਚੋਂ ਸੂਰਮਾ 2 ਹੀ ਹਾਲਾਤਾਂ ਵਿੱਚ ਵਾਪਸ ਆਉਂਦਾ ਹੈ। ਇੱਕ ਜੰਗ ਜਿੱਤ ਕੇ ਜੰਗ ਫਤਿਹ ਹੋ ਜਾਂਦੀ ਹੈ ਜੰਗ ਮੁੱਕਣ ਤੇ ਦੂਜਾ ਜਦੋਂ ਉਹ ਸ਼ਹੀਦ ਹੋ ਜੇ, ਜੰਗ ਵਿੱਚ ਉਹਦੀ ਸ਼ਹੀਦੀ ਹੋ ਜੇ, ਵੀ ਮੈਂ ਵਾਪਸ ਨਹੀਂ ਆਉਣਾ। ਆਖਰ ਜੰਗ ਗੁਰੂ ਸਾਹਿਬ ਨੇ ਜਿੱਤੀ। ਖੁਸ਼ ਹੋ ਕੇ ਹਰਗੋਬਿੰਦ ਪਾਤਸ਼ਾਹ ਜੀ ਨੇ ਇੱਕ ਕਟਾਰ ਤੇ ਇੱਕ ਰੁਮਾਲ ਗੁਰੂ ਸਾਹਿਬ ਨੂੰ ਭੇਟਾ ਕੀਤਾ। ਮਾਨੋ ਉਹੀ ਰੁਮਾਲ ਚਾਦਰ ਬਣ ਗਿਆ।
ਤੇ ਉਹੀ ਕਟਾਰ ਕਲਗੀਧਰ ਪਾਤਸ਼ਾਹ ਜੀ ਦੇ ਹੱਥ ਵਿੱਚ ਸ਼ਮਸ਼ੀਰ ਬਣ ਕੇ ਆਈ, ਜਿਹਨੂੰ ਹੱਥ ਵਿੱਚ ਫੜ ਕੇ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਸੀ ਵੀ ਹੁਣ ਤੱਕ ਜਿਹੜੀ ਤਕਦੀਰ ਹੈ, ਦੁਨੀਆ ਤਕਦੀਰ ਅੱਗੇ ਝੁਕਦੀ ਰਹੀ, ਹੁਣ ਤਕਦੀਰ ਵੀ ਮੇਰੀ ਸ਼ਮਸ਼ੀਰ ਅੱਗੇ ਝੁਕੇਗੀ। ਪਹਿਲੇ ਦੁਨੀਆ ਝੁਕਦੀ ਸੀ ਤਕਦੀਰ ਅੱਗੇ, ਹੁਣ ਤਕਦੀਰ ਵੀ ਝੁਕੇਗੀ ਮੇਰੀ ਸ਼ਮਸ਼ੀਰ ਅੱਗੇ। ਵੀ ਉਹੀ ਕਟਾਰ ਜਾ ਕੇ ਅੱਗੇ ਸ਼ਮਸ਼ੀਰ ਬਣ ਗਈ ਤੇ ਉਹੀ ਦਿੱਤਾ ਹੋਇਆ ਰੁਮਾਲ ਮਾਨੋ ਚਾਦਰ ਬਣ ਗਿਆ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਹੁਣ ਬਕਾਲੇ ਠਹਿਰੇ ਨੇ। ਘੱਟ ਬੋਲਣਾ, ਬਕਾਲੇ ਪਹੁੰਚ ਗਏ। ਘੱਟ ਬੋਲਣਾ, ਚੁੱਪ ਰਹਿਣਾ, ਹਰ ਵਕਤ ਭਜਨ ਬੰਦਗੀ ਵਿੱਚ ਲੀਨ ਰਹਿਣਾ, ਪਰਮਾਤਮਾ ਦੀ ਇਬਾਦਤ ਕਰਨੀ। ਉਧਰ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਸ਼ਾਰਾ ਕਰ ਗਏ, ਬਾਬਾ ਵਸੇ ਗ੍ਰਾਮ ਬਕਾਲੇ, ਬਾਬਾ ਵਸੇ ਗ੍ਰਾਮ ਬਕਾਲੇ। ਵੀ ਸਾਡੇ ਤੋਂ ਬਾਅਦ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਬਕਾਲੇ ਵਿਖੇ ਹੈ। ਹੁਣ ਜਦੋਂ ਇਹ ਸੁਨੇਹਾ ਬਕਾਲੇ ਪਹੁੰਚਿਆ, ਅਣਗਿਣਤ ਉੱਥੇ ਗੁਰੂ ਬਣ ਬੈਠੇ। ਸਭ ਤੋਂ ਵੱਡੀ ਦਾਅਵੇਦਾਰੀ ਧੀਰ ਮਲ ਦੀ ਸੀ, ਕਿਉਂਕਿ ਉਹਦੇ ਕੋਲੇ ਗੁਰੂ ਘਰ ਦਾ ਖਜ਼ਾਨਾ, ਗੁਰੂ ਸਾਹਿਬ ਦੀ ਬਾਣੀ ਸੀ, ਉਹਦੇ ਕੋਲੇ ਪੋਥੀਆਂ ਸਨ, ਤੇ ਆਪਣੇ ਆਪ ਨੂੰ ਇਸ ਵਿੱਚ ਸਭ ਤੋਂ ਵੱਡਾ ਦਾਅਵੇਦਾਰ ਸਮਝਦਾ ਸੀ ਵੀ ਮੇਰੇ ਕੋਲੇ ਬਾਣੀ ਹੈ, ਮੈਂ ਹੀ ਸਿੱਖਾਂ ਦਾ ਗੁਰੂ ਹਾਂ। ਇੱਕ ਗੱਲ ਹੋਰ ਯਾਦ ਰੱਖਣ ਵਾਲੀ, ਗੁਰੂ ਸਾਹਿਬ ਨੂੰ ਦੋ ਸ਼ਾਹ ਜ਼ਿੰਦਗੀ ਵਿੱਚ ਮਿਲੇ ਨੇ, ਇੱਕ ਲੱਖੀ ਸ਼ਾਹ ਤੇ ਦੂਜਾ ਮੱਖਣ ਸ਼ਾਹ। ਇੱਕ ਪ੍ਰਗਟ ਕਰਨ ਵਾਲਾ, ਇੱਕ ਗੁਰੂ ਸਾਹਿਬ ਦਾ ਜਿਹਨੇ ਸੰਸਕਾਰ ਕੀਤਾ ਆਪਣੇ ਘਰ। ਉਹ ਆਪਾਂ ਅੱਗੇ ਜਾ ਕੇ ਵਿਚਾਰਾਂਗੇ। ਮੱਖਣ ਸ਼ਾਹ ਦਾ ਜਦੋਂ ਬੇੜਾ ਡੁੱਬਣ ਲੱਗਾ, ਬੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਸਤਿਗੁਰੂ ਜੀ ਕਿਰਪਾ ਕਰੋ, ਮੇਰਾ ਜਿਹੜਾ ਬੇੜਾ ਹੈ ਉਹ ਬੰਨੇ ਲੱਗ ਜੇ। ਕਿਉਂਕਿ ਜਦੋਂ ਮਲਾਹ ਹੱਥ ਖੜੇ ਕਰ ਗਏ ਵੀ ਸਾਡਾ ਹੁਣ ਚਾਰਾ ਨਹੀਂ ਚੱਲਦਾ, ਅਸੀਂ ਇਹਨੂੰ ਡੁੱਬਣੋਂ ਨਹੀਂ ਬਚਾ ਸਕਦੇ। ਇਹ ਵੀ ਅਰਜ਼ ਕਰਦਿਆਂ 1519 ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਗੁਜਰਾਤ ਗਏ ਨਾ, ਜਿਹੜਾ ਪਾਕਿਸਤਾਨ ਵਿੱਚ ਗੁਜਰਾਤ ਹੈ, ਉੱਥੇ ਸੋਹਣ ਦਾਸ ਬਾਬਾ ਸੋਹਣ, ਉਹਦੇ ਨਾਲ ਮੁਲਾਕਾਤ ਹੋਈ ਗੁਰੂ ਨਾਨਕ ਪਾਤਸ਼ਾਹ ਜੀ ਦੀ, ਬਾਬਾ ਸੋਹਣ ਦੇ ਨਾਲ। ਜੋ ਬਹੁਤ ਅਮੀਰ ਧਨਾੜ ਵਪਾਰੀ ਸੀ, ਲੂਣ ਦਾ ਵਪਾਰ ਕਰਦਾ ਸੀ, ਲੂਣ ਦਾ ਵਪਾਰ ਸੀ, ਉਹਦੇ ਤੋਂ ਹੀ ਸ਼ਬਦ ਲੁਬਾਣਾ ਬਣਿਆ, ਕਿਉਂਕਿ ਲੂਣ ਦਾ ਵਪਾਰ ਸੀ। ਹੁਣ ਮੱਖਣ ਸਾਹਿਬ ਸੇ ਕੋਲ ਵਿੱਚੋਂ ਉਹਨੇ ਜੋ ਅਰਦਾਸ ਬੇਨਤੀਆਂ ਕੀਤੀਆਂ, ਜਹਾਜ਼ ਬੰਨੇ ਲੱਗਿਆ। ਜਦੋਂ ਬਕਾਲੇ ਦੀ ਧਰਤੀ ਤੇ ਪਹੁੰਚਿਆ, ਆ ਕੇ ਵੇਖਦਾ ਅਨੇਕਾਂ ਗੁਰੂ ਬਣੇ ਬੈਠੇ ਨੇ। ਮਨ ਵਿੱਚ ਬੜੀ ਸ਼ੰਕਾ ਪੈਦਾ ਹੋਈ। ਅਖੀਰ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਮੁਲਾਕਾਤ ਹੁੰਦੀ ਹੈ, ਗੁਰੂ ਸਾਹਿਬ ਉਹਦੀ ਦਿਲ ਦੀ ਹੱਦ ਬਿੱਟੀ ਜਦੋਂ ਉਹਨੂੰ ਦੱਸਦੇ ਨੇ ਵੀ ਤੂੰ 500 ਮੋਹਰਾਂ ਸੁੱਖ ਕੇ ਹੁਣ 5 ਮੋਹਰਾਂ ਭੇਟਾ ਕਰ ਰਿਹਾ ਹੈ, ਸੁੱਖੀਆਂ 5 ਤੇ ਦੇ, ਸੁੱਖ ਕੇ 500 ਤੇ ਦੇ 5 ਰਿਹਾ ਹੈ। ਚਰਨਾਂ 'ਚ ਢਹਿ ਪਿਆ, ਕਿਉਂਕਿ ਉਹ ਤਾਂ ਪਰਖਣਾ ਚਾਹੁੰਦਾ ਸੀ, ਸੱਚ ਜਾਣਨਾ ਚਾਹੁੰਦਾ ਸੀ ਵੀ ਅਸਲੀ ਗੁਰੂ ਕੌਣ ਹੈ। ਉਹਨੇ ਆਪਣੇ ਮਨ ਅੰਦਰ ਨਿਰਣਾ ਕਰ ਲਿਆ ਸੀ ਵੀ 5-5 ਮੈਂ ਸਭ ਨੂੰ ਭੇਟਾ ਕਰਾਂਗਾ, ਜਿਹੜਾ ਸੱਚਾ ਗੁਰੂ ਹੋਵੇਗਾ ਉਹ ਮੰਗ ਕੇ ਮੇਰੇ ਕੋਲ 500 ਲੈ ਲਵੇਗਾ। ਹੁਣ 500 ਮੋਹਰਾਂ ਭੇਟਾਂ ਕਰਨ ਤੋਂ ਬਾਅਦ ਉਹਨੇ ਬਾਹਰ ਨਿਕਲ ਕੇ ਜਿਹੜੀ ਆਵਾਜ਼ ਬੁਲੰਦ ਕੀਤੀ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਮੈਨੂੰ ਗੁਰੂ ਲੱਭ ਪਿਆ, ਮੈਨੂੰ ਪੂਰਾ ਗੁਰੂ ਲੱਭ ਪਿਆ। ਤੇ ਸੀਹ ਮਸੰਦ ਨੇ ਹਮਲਾ ਵੀ ਕੀਤਾ ਗੁਰੂ ਸਾਹਿਬ ਤੇ। 500 ਅੰਗ ਰੱਖਿਅਕ ਹਰ ਵਕਤ ਮੱਖਣ ਸ਼ਾਹ ਦੇ ਨਾਲ ਰਹਿੰਦੇ ਸਨ। ਉਹਨਾਂ ਨੇ ਬਾਅਦ ਵਿੱਚ ਭਾਵੇਂ ਸੀਹ ਮਸੰਦ ਦੀਆਂ ਮਸਕਾਂ ਵੀ ਬੰਨੀਆਂ। ਹੁਣ ਕੁਝ ਚਿਰ ਇੱਥੋਂ ਰਹਿਣ ਤੋਂ ਬਾਅਦ ਗੁਰੂ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਗਏ। ਮਾਖੋਵਾਲ ਦੇ ਨਾਂ ਤੇ ਇੱਥੇ ਪਹਿਲਾਂ ਪਿੰਡ ਸੀ, ਜੋ ਗੁਰੂ ਸਾਹਿਬ ਨੇ ਮੁੱਲ ਬਿਲਾਸਪੁਰ ਦੇ ਰਾਜੇ ਤੋਂ ਇਹ ਧਰਤੀ ਮੁੱਲ ਖਰੀਦ ਕੇ ਪੈਸਿਆਂ ਦੀ ਆਪਣੀ ਮਾਤਾ ਦੇ ਨਾਂ ਤੇ ਨਗਰ ਵਸਾਇਆ, ਨਾਂ ਰੱਖਿਆ ਚੱਕ ਨਾਨਕੀ। ਬਾਅਦ ਵਿੱਚ ਆਪਾਂ ਹੁਣ ਆਨੰਦਪੁਰ ਸਾਹਿਬ ਵੀ ਆਖਦੇ ਹਾਂ, ਆਨੰਦਪੁਰ ਸਾਹਿਬ ਨਾਂ ਪੈ ਗਿਆ। ਹੁਣ ਕੁਝ ਇੱਥੇ ਨਗਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਗੁਰੂ ਸਾਹਿਬ ਜਗਤ ਫੇਰੀ ਤੇ ਤੁਰ ਗਏ ਨੇ। ਪਰਿਵਾਰ ਪਟਨਾ ਸਾਹਿਬ ਦੀ ਧਰਤੀ ਤੇ ਆਪ ਗੁਰੂ ਸਾਹਿਬ ਅਸਾਮ ਦੀ ਧਰਤੀ ਤੇ। ਹੁਣ ਉੱਥੇ ਸੁਨੇਹਾ ਮਿਲਦਾ ਹੈ ਗੁਰੂ ਸਾਹਿਬ ਨੂੰ ਵੀ ਤੁਹਾਡੇ ਘਰ ਬਾਲਕ ਨੇ ਜਨਮ ਲਿਆ ਹੈ। ਗੁਰੂ ਸਾਹਿਬ ਹੁਕਮਨਾਮਾ ਭੇਜਦੇ ਨੇ ਵੀ ਬੱਚੇ ਦਾ ਨਾਮ ਗੋਬਿੰਦ ਰਾਏ ਰੱਖਣਾ ਹੈ
ਤੇ ਇਹਦੀ ਪੂਰੀ ਦੇਖਭਾਲ ਕਰਨੀ ਹੈ, ਕਿਸੇ ਗੱਲ ਦੀ ਤੰਗੀ ਥੋੜ ਇਹਨੂੰ ਆਉਣ ਨਹੀਂ ਦੇਣੀ। ਮਾਮਾ ਕਿਰਪਾਲ ਦੀ ਜ਼ਿੰਮੇਵਾਰੀ ਲਾਈ। ਮੁੜ ਜਗਤ ਫੇਰੀ ਲਾਉਂਦੇ ਹੋਏ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ। ਪਰਿਵਾਰ ਵੀ ਆ ਮਿਲਦਾ ਹੈ। ਹਜੇ ਕੁਝ ਚਿਰ ਪਿਤਾ ਪੁੱਤਰ ਦਾ ਮਿਲਾਪ ਹੁੰਦਾ ਹੈ। ਕਸ਼ਮੀਰ ਵਿੱਚੋਂ ਪੰਡਤ ਆਉਂਦੇ ਨੇ, ਕਿਰਪਾ ਦੱਤ। ਹੁਣ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਕੇ ਪੁਕਾਰ ਕਰਦੇ ਨੇ ਕਸ਼ਮੀਰੀ ਪੰਡਤ, ਦੁਖੀ ਵਿਪਰ ਚੱਲ ਆਏ ਪੂਰੀ ਆਨੰਦ, ਬਾਂਹ ਸਾਡੀ ਪਕੜਿਓ ਹਰ ਗੋਬਿੰਦ ਕੇ ਨੰਦ। ਅਸੀਂ ਦੁਖੀ ਲਾਚਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ, ਸਾਡੀ ਬਾਂਹ ਫੜਨੀ ਕਰੋ। ਹੁਣ ਬਾਲ ਅਵਸਥਾ ਵਿੱਚ ਗੋਬਿੰਦ ਰਾਏ ਉੱਥੇ ਨਾਲ ਬੈਠੇ ਨੇ। ਉਹਨਾਂ ਨੇ ਸਹਿਜੇ ਪੁੱਛ ਲਿਆ ਵੀ ਇਹਨਾਂ ਦੀ ਫਰਿਆਦ ਜੋ ਲੈ ਕੇ ਆਏ ਨੇ, ਇਹਨਾਂ ਲਈ ਅਸੀਂ ਕੁਝ ਕਰ ਸਕਦੇ ਹਾਂ? ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਵੀ ਇਹਨਾਂ ਦੀ ਜਾਨ ਬਚਾਈ ਜਾ ਸਕਦੀ ਹੈ, ਕਿਉਂਕਿ ਔਰੰਗਜ਼ੇਬ ਦਾ ਫਰਮਾਨ ਸੀ। ਉਹਨੇ ਕਸ਼ਮੀਰ ਨੂੰ ਹੀ ਇਲਾਕਾ ਚੁਣਿਆ ਸੀ ਵੀ ਇੱਥੇ ਬਹੁਤ ਵੱਡੇ ਵਿਦਵਾਨ ਪੰਡਤ ਪ੍ਰਚਾਰਕ ਰਹਿੰਦੇ ਸਨ, ਵੀ ਇਹਨਾਂ ਵੱਡੇ ਪ੍ਰਚਾਰਕਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਲਾਲਚ ਦੇ ਕੇ, ਡਰਾ ਧਮਕਾ ਕੇ ਇਹਨਾਂ ਨੂੰ ਈਨ ਵਿੱਚ ਲਿਆਂਦਾ ਜਾਏ। ਬਾਕੀ ਜਿਹੜੀ ਭੋਲੀ ਭਾਲੀ ਜਨਤਾ ਹੈ ਉਹਨੇ ਤਾਂ ਆਪਣੇ ਆਪ ਮੰਨ ਜਾਣਾ। ਉਹਨੇ ਹੁਕਮ ਜਾਰੀ ਕਰ ਦਿੱਤਾ ਸੀ ਵੀ ਪਿਆਰ ਨਾਲ, ਲਾਲਚ ਨਾਲ, ਡਰਾ ਧਮਕਾ ਕੇ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਜਬਰੀ ਇਸਲਾਮ ਵਿੱਚ ਲੈ ਕੇ ਆਉਣਾ। ਜਿਹੜਾ ਨਹੀਂ ਮੰਨਦਾ ਉਹਦਾ ਸਿਰ ਕਲਮ ਕਰ ਦਿਓ। ਇਹਨਾਂ ਪੰਡਤਾਂ ਨੇ ਫਰਿਆਦ ਕੀਤੀ, ਸਾਨੂੰ ਕੁਝ ਸੋਚਣ ਦਾ ਸਮਾਂ ਦਿਓ, ਜੇ ਹਾਲ ਨਾ ਨਿਕਲਿਆ ਤਾਂ ਅਸੀਂ ਆਪਣੇ ਆਪ ਇਸਲਾਮ ਕਬੂਲ ਕਰ ਲਾਂਗੇ। ਜਦੋਂ ਪਹੁੰਚੇ ਆਨੰਦਾਂ ਦੀ ਪੁਰੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਆਖੇ, ਬੇਟਾ ਕੋਈ ਮਹਾਨ ਪੁਰਖ ਰੱਬ ਦਾ ਪਿਆਰਾ ਬਲਿਦਾਨ ਦੇਵੇ, ਆਪਣਾ ਤਿਆਗ ਕਰੇ ਸਰੀਰ ਦਾ, ਤੇ ਇਹਨਾਂ ਦੀ ਜਾਨ ਬਚ ਸਕਦੀ ਹੈ। ਉਦੋਂ ਫਿਰ ਬਾਲ ਅਵਸਥਾ ਵਿੱਚ ਹੀ ਗੁਰੂ ਸਾਹਿਬ ਨੇ ਬਚਨ ਆਖੇ ਸਨ ਵੀ ਤੁਹਾਡੇ ਤੋਂ ਵੱਡਾ ਬਲੀਦਾਨੀ ਤਿਆਗੀ ਪਿਤਾ ਜੀ ਹੋਰ ਕੌਣ ਹੋ ਸਕਦਾ ਹੈ? ਇਹ ਬਲੀਦਾਨ ਇਹ ਤੁਹਾਨੂੰ ਹੀ ਦੇਣਾ ਪਵੇਗਾ। ਉਦੋਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਹਿਜੇ ਬਚਨ ਆਖ ਦਿੱਤੇ ਸਨ ਵੀ ਜਾਓ, ਹੁਣ ਔਰੰਗਜ਼ੇਬ ਨੂੰ ਆਖਣਾ ਕਰੋ ਵੀ ਅੱਜ ਤੋਂ ਜਿਹੜਾ ਸਾਡਾ ਗੁਰੂ ਹੈ, ਸਾਡਾ ਜੋ ਰਹਿਬਰ ਹੈ, ਉਹ ਗੁਰੂ ਤੇਗ ਬਹਾਦਰ ਹੈ। ਜੇਕਰ ਉਹ ਈਨ ਮੰਨ ਲੈਣਗੇ ਤਾਂ ਅਸੀਂ ਸਾਰਿਆਂ ਨੇ ਸਹਿਜੇ ਤੁਹਾਡੀ ਈਨ ਮੰਨ ਲੈਣੀ ਹੈ, ਅਸੀਂ ਕਬੂਲ ਕਰ ਲਾਂਗੇ ਵੀ ਤੁਸੀਂ ਉਹਨਾਂ ਨੂੰ ਮਨਾਉਣਾ ਕਰੋ। ਜੇ ਉਹ ਮੰਨਦੇ ਹਨ ਤੇ ਅਸੀਂ ਸਹਿਜੇ ਹੀ ਈਨ ਮੰਨ ਲਾਂਗੇ। ਹੁਣ ਵੇਖੋ ਇੰਨੀ ਵੱਡੀ ਜ਼ਿੰਮੇਵਾਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮੋਢਿਆਂ ਤੇ ਵੀ ਜੇਕਰ ਕਿਰਪਾ ਦੱਤ ਕਹਿੰਦਾ ਹੈ ਜਾ ਕੇ, ਜੇਕਰ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਈਨ ਮਨਾ ਲੈਂਦੇ ਹੋ, ਜਿੰਨੇ ਵੀ ਕਸ਼ਮੀਰ ਦੇ ਪੰਡਤ ਅਸੀਂ ਆਪਣੇ ਆਪ ਈਨ ਮੰਨਣ ਨੂੰ ਤਿਆਰ ਹਾਂ, ਅਸੀਂ ਆਪਣੇ ਆਪ ਮੁਸਲਮਾਨੀ ਧਰਮ ਨੂੰ ਕਬੂਲ ਕਰ ਲਾਂਗੇ। ਹੁਣ ਇਸ ਤਰ੍ਹਾਂ ਦਾ ਸਨੇਹਾ ਜਦੋਂ ਔਰੰਗਜ਼ੇਬ ਨੂੰ ਮਿਲਿਆ, ਬੜਾ ਖੁਸ਼ ਹੋਇਆ ਵੀ ਹੁਣ ਤਾਂ ਬਹੁਤ ਸੌਖਾ ਹੋ ਗਿਆ, ਕਿੱਥੇ ਇੱਕ ਇੱਕ ਨੂੰ ਮਨਾਉਣਾ ਸੀ, ਕਿੱਥੇ ਸਾਰਿਆਂ ਨੂੰ ਮਨਾਉਣ ਦਾ ਇੱਕੋ ਇੱਕ ਰਸਤਾ ਲੱਭ ਗਿਆ ਵੀ ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਪਾਂ ਝੁਕਾ ਲੈਂਦੇ ਆ, ਮਨਾ ਲੈਂਦੇ ਆ, ਤੇ ਸਾਰਾ ਕਸ਼ਮੀਰ ਇਸਲਾਮ ਨੂੰ ਕਬੂਲ ਕਰ ਲਵੇਗਾ। ਹੁਣ ਫਤਵਾ ਜਾਰੀ ਕਰ ਦਿੱਤਾ ਗੁਰੂ ਸਾਹਿਬ ਦੀ ਗ੍ਰਿਫਤਾਰੀ ਦਾ। ਉਧਰ ਗੁਰੂ ਸਾਹਿਬ ਆਪਣੇ ਆਪ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਦੋਂ ਰਵਾਨਾ ਹੋਏ, ਸਾਰਾ ਪਰਿਵਾਰ ਸਿੱਖ ਸੰਗਤ ਕੀਰਤਪੁਰ ਸਾਹਿਬ ਤੱਕ ਆਈ। ਹੁਣ ਕੀਰਤਪੁਰ ਸਾਹਿਬ ਪਹੁੰਚ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਰਿਵਾਰ ਨੂੰ ਆਖਿਆ ਵੀ ਹੁਣ ਤੁਸੀਂ ਵਾਪਸ ਜਾਣਾ ਕਰੋ। ਜਦੋਂ ਅਦਬ ਸਤਿਕਾਰ ਵਜੋਂ ਆਪਣੀ ਮਾਤਾ ਨਾਨਕੀ ਜੀ ਦੇ ਚਰਨਾਂ ਤੇ ਜਦੋਂ ਮੱਥਾ ਟੇਕਿਆ, ਪੁੱਛਿਆ ਵੀ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ, ਉਦੋਂ ਮਾਤਾ ਨਾਨਕੀ ਨੇ ਆਖਿਆ ਸੀ ਵੀ ਮੇਰੀ ਇਹੀ ਇੱਛਾ ਹੈ ਜਿਵੇਂ ਹੱਸਦਾ ਹੋਇਆ ਚਿਹਰਾ ਹੁਣ ਮੈਥੋਂ ਵਿਦਾ ਕਰ ਰਹੀ ਹਾਂ, ਇਹ ਹੱਸਦਾ ਹੋਇਆ ਚਿਹਰਾ ਮੈਨੂੰ ਫੇਰ ਦੁਬਾਰਾ ਨਜ਼ਰ ਆਵੇ। ਸਾਧ ਸੰਗਤ ਜੀ, ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਆਉਣਾ, ਇਹ ਉਹੀ ਬਚਨ ਸੱਤ ਹੋਏ ਜੋ ਮਾਤ ਨਾਨਕੀ ਨੇ ਆਖੇ ਸੀ, ਜਿਵੇਂ ਵੀ ਮੈਂ ਤੁਹਾਨੂੰ ਅੱਜ ਇਥੋਂ ਹੱਸਦੇ ਹੋਏ ਨੂੰ ਵਿਦਾ ਕਰਨ ਲੱਗੀ ਆ, ਇਹ ਹੱਸਦਾ ਹੋਇਆ ਚਿਹਰਾ ਮੈਂ ਮੁੜ ਵੇਖਾਂ। ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਖੇ ਸਨ, ਮਾਂ
ਤੁਹਾਡੇ ਕੀਤੇ ਹੋਏ ਵਚਨ, ਤੁਹਾਡੇ ਨਾਲ ਕੀਤਾ ਹੋਇਆ ਵਾਅਦਾ ਮੈਂ ਨਿਭਾਵਾਂਗਾ। ਮੇਰਾ ਹੱਸਦਾ ਹੋਇਆ ਚਿਹਰਾ ਤੁਸੀਂ ਜ਼ਰੂਰ ਵੇਖੋਗੇ। ਹੁਣ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਆਗਰੇ ਜਾ ਕੇ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ। ਕਾਜੀ ਬਹਾਉਦੀਨ, ਦਰੋਗਾ ਅਬਦੁੱਲਾ ਤੇ ਜਲਾਦ ਸਈਦ ਜਲਾਲੂਦੀਨ। ਸਭ ਤੋਂ ਪਹਿਲਾਂ ਔਰੰਗਜ਼ੇਬ ਮੁਹਿੰਮ ਤੇ ਗਿਆ। ਔਰੰਗਜ਼ੇਬ ਇੱਥੇ ਦਿੱਲੀ ਮੌਜੂਦ ਨਹੀਂ, ਪਰ ਫਤਵਾ ਜਾਰੀ ਕਰ ਗਿਆ ਸੀ ਵੀ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਇਸਲਾਮੀ ਧਰਮ ਵਿੱਚ ਲਿਆਂਦਾ ਜਾਏ, ਪਿਆਰ ਨਾਲ, ਲਾਲਚ ਦੇ ਕੇ। ਜੇ ਨਹੀਂ ਤਾਂ ਇਹਨਾਂ ਨੂੰ ਜੋ ਤੁਹਾਡਾ ਦਿਲ ਕਰਦਾ ਹੈ ਤੁਸੀਂ ਸਜ਼ਾ ਦੇ ਸਕਦੇ ਹੋ। ਪੂਰੇ ਹੱਕ ਉਹਨਾਂ ਨੂੰ ਦੇ ਕੇ ਔਰੰਗਜ਼ੇਬ ਮੁਹਿੰਮ ਤੇ ਚਲਾ ਗਿਆ। ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਦਿੱਲੀ ਵਿਖੇ ਭੂਤਾਂ ਦੀ ਹਵੇਲੀ ਕਰਕੇ ਇੱਕ ਹਵੇਲੀ ਸੀ, ਜਿੱਥੇ ਲੋਕ ਦਿਨੇ ਵੀ ਜਾਣ ਤੋਂ ਡਰਦੇ ਸਨ ਵੀ ਇੱਥੇ ਇਹਨਾਂ ਨੂੰ ਤੇ ਇਹਨਾਂ ਦੇ ਸਿੱਖਾਂ ਨੂੰ ਕੈਦ ਕੀਤਾ ਜਾਏ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਜੈਤਾ ਜੀ, ਭਾਈ ਉਦੈ ਜੀ। ਹੁਣ ਉੱਥੇ ਕੈਦ ਕਰਨ ਦਾ ਇਹ ਉਹਨਾਂ ਦਾ ਇਰਾਦਾ ਸੀ ਵੀ ਇੱਥੇ ਜਦੋਂ ਰਾਤ ਰਹਿਣਗੇ, ਕਿਉਂਕਿ ਉਹਨਾਂ ਦੇ ਮਨ ਅੰਦਰ ਇੱਕ ਇਹ ਧਾਰਨਾ ਬਣੀ ਸੀ ਵੀ ਇਹ ਭੂਤਾਂ ਦੀ ਹਵੇਲੀ ਹੈ ਤੇ ਭੂਤ ਵਸਦੇ ਨੇ, ਵੀ ਇਹ ਡਰ ਕੇ ਤੇ ਇਸਲਾਮ ਨੂੰ ਕਬੂਲ ਕਰ ਲੈਣਗੇ, ਸਾਡੀ ਈਨ ਮੰਨ ਲੈਣਗੇ। ਉੱਥੇ ਗੁਰੂ ਸਾਹਿਬ ਨੂੰ ਤੇ ਗੁਰੂ ਦੇ ਸਿੱਖਾਂ ਨੂੰ ਉੱਥੇ ਕੈਦ ਕੀਤਾ ਗਿਆ। ਹੁਣ ਕਾਜੀ ਬਹਾਉਦੀਨ ਪੁੱਛਦਾ ਦਰੋਗੇ ਨੂੰ ਵੀ ਤੈਨੂੰ ਲੱਗਦਾ ਵੀ ਭੂਤਾਂ ਦੀ ਹਵੇਲੀ ਵਿੱਚ ਡਰ ਕੇ ਇਹ ਸਾਡੀ ਈਨ ਮੰਨ ਲੈਣਗੇ? ਅੱਗੋਂ ਦਰੋਗਾ ਕਹਿੰਦਾ ਵੀ ਸਿੱਖਾਂ ਦਾ ਗੁਰੂ ਤਾਂ ਇੰਜ ਹਵੇਲੀ ਵਿੱਚ ਟਹਿਲ ਰਿਹਾ ਜਿਵੇਂ ਬਾਗ ਬਗੀਚੇ ਵਿੱਚ ਕੋਈ ਸੈਰ ਕਰਦਾ ਹੈ, ਵੀ ਇਹਨਾਂ ਦੇ ਚਿਹਰੇ ਤੇ ਕੋਈ ਖੌਫ ਨਹੀਂ, ਕੋਈ ਡਰ ਭੈ ਨਹੀਂ। ਹੁਣ ਉੱਥੋਂ ਗੁਰੂ ਸਾਹਿਬ ਨੂੰ ਤੇ ਗੁਰੂ ਦੇ ਸਿੱਖਾਂ ਨੂੰ ਨਾਲ ਲੈ ਕੇ ਪਿੰਜਰੇ ਵਿੱਚ ਕੈਦ ਕਰ ਦਿੱਤਾ ਗਿਆ। ਪਿੰਜਰਾ ਇਸ ਹਿਸਾਬ ਨਾਲ ਬਣਾਇਆ ਗਿਆ ਸੀ ਜਿੱਥੇ ਨਾ ਸਿੱਧਾ ਖੜਾ ਹੋਇਆ ਜਾ ਸਕਦਾ ਸੀ, ਜਿਹਦੇ ਆਲੇ ਦੁਆਲੇ ਹਰ ਪਾਸੇ ਸੂਲਾਂ, ਲੋਹੇ ਦੀਆਂ ਸੂਲਾਂ ਲੱਗੀਆਂ ਸਨ। ਜੇ ਸਿੱਧੇ ਖੜੇ ਹੁੰਦੇ ਤਾਂ ਵੀ ਸੂਲਾਂ ਚੁੱਭਦੀਆਂ ਸਨ। ਕਹਿਣ ਤੋਂ ਭਾਵ ਬਹੁਤ ਤੰਗ ਪਿੰਜਰਾ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੈਦ ਕੀਤਾ ਗਿਆ। ਇਤਿਹਾਸਕ ਸਰੋਤਾਂ ਅਨੁਸਾਰ ਵੀ ਉਹ ਪਿੰਜਰਾ 1925 ਤੱਕ ਦਿੱਲੀ ਵਿੱਚ ਮੌਜੂਦ ਸੀ। ਉਹਦੇ ਤੋਂ ਬਾਅਦ ਉਹਦਾ ਪਤਾ ਨਹੀਂ ਲੱਗਾ ਕਿ ਉਹ ਪਿੰਜਰਾ ਕਿੱਥੇ ਗਿਆ। ਹੁਣ ਭਾਈ ਮਤੀ ਦਾਸ, ਭਾਈ ਸਤੀ ਦਾਸ, ਜੋ ਦੋਨੋਂ ਸਕੇ ਭਰਾ ਹਨ, ਭਾਈ ਦਿਆਲਾ ਜੀ ਜੋ ਭਾਈ ਮਨੀ ਸਿੰਘ ਜੀ ਦੇ ਭਰਾ, ਮਨੀ ਸਿੰਘ ਜੀ ਸ਼ਹੀਦ, ਇਹ 12 ਭਰਾ ਸਨ, ਜਿਨ੍ਹਾਂ ਵਿੱਚੋਂ 11 ਭਰਾਵਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। 11 ਭਰਾ ਸ਼ਹੀਦ ਹੋਏ ਨੇ 12 ਭਰਾਵਾਂ ਚੋਂ। ਤੇ ਭਾਈ ਜੈਤੇ ਜੀ ਦੀ ਜ਼ਿੰਮੇਵਾਰੀ ਲਾਈ ਗਈ ਵੀ ਜੇਕਰ ਭਾਣਾ ਵਰਤਦਾ, ਕਿਉਂਕਿ ਗੱਲਾਂ ਹੋਣ ਲੱਗੀਆਂ ਸਨ ਵੀ ਜੇਕਰ ਇਹਨਾਂ ਨੇ ਈਨ ਨਾ ਮੰਨੀ ਤੇ ਇਹਨਾਂ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਜਾਵੇਗਾ। ਵੀ ਤੂੰ ਜੋ ਮਾਤਾ ਨਾਨਕੀ ਦੇ ਨਾਲ ਬਚਨ ਕਰਕੇ ਆਇਆ, ਸਾਡਾ ਜਿਹੜਾ ਸੀਸ ਹੈ ਤੂੰ ਮਾਤਾ ਨਾਨਕੀ ਤੱਕ ਪਹੁੰਚਾਉਣਾ ਹੈ। ਹੁਣ ਵੇਖੋ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਗੁਰੂ ਸਾਹਿਬ ਨੂੰ ਪਿੰਜਰੇ ਵਿੱਚ ਕੈਦ ਕੀਤਾ ਗਿਆ। ਹੁਣ ਕਾਜੀ ਬਹਾਉਦੀਨ ਆਇਆ, ਆ ਕੇ 3 ਸ਼ਰਤਾਂ ਰੱਖੀਆਂ ਨੇ। ਪਹਿਲੀ ਸ਼ਰਤ ਇਸਲਾਮ ਕਬੂਲ ਕਰ ਲਵੋ, ਦੂਜੀ ਸ਼ਰਤ ਕਰਾਮਾਤ ਵਿਖਾਓ, ਤੀਜੀ ਜੇ ਦੋਨਾਂ ਵਿੱਚੋਂ ਤੁਹਾਨੂੰ ਕੋਈ ਵੀ ਮਨਜ਼ੂਰ ਨਹੀਂ ਤੇ ਫਿਰ ਤੁਹਾਡਾ ਕਤਲ ਕਰ ਦਿੱਤਾ ਜਾਵੇਗਾ, ਮਰਨ ਵਾਸਤੇ ਤਿਆਰ ਹੋ ਜਾਓ। ਗੁਰੂ ਸਾਹਿਬ ਨੇ ਆਖਿਆ ਪਹਿਲੀ ਸ਼ਰਤ ਜੇ ਮੈਂ ਇਸਲਾਮ ਕਬੂਲ ਕਰਦਾ ਤੇ ਮੇਰੇ ਧਰਮ ਦੀ ਸਰੀਰਕ ਮੌਤ ਹੁੰਦੀ ਹੈ, ਦੂਜੀ ਜੇ ਮੈਂ ਤੇਰਾ ਕਹਿਣਾ ਮੰਨ ਕੇ ਕਰਾਮਾਤ ਵਿਖਾਵਾਂ ਫਿਰ ਮੇਰੇ ਜਿਹੜਾ ਧਰਮ ਹੈ ਉਹਦੀ ਆਤਮਿਕ ਮੌਤ ਹੁੰਦੀ ਹੈ। ਨਾ ਅਸੀਂ ਕਰਾਮਾਤ ਵਿਖਾਉਣੀ ਹੈ ਤੇ ਨਾ ਅਸੀਂ ਇਸਲਾਮ ਧਰਮ ਨੂੰ ਕਬੂਲ ਕਰਨਾ ਹੈ। ਰਹੀ ਗੱਲ ਤੇਰੀ ਤੀਜੀ ਸ਼ਰਤ, ਉਹ ਸਾਨੂੰ ਪ੍ਰਵਾਨ ਹੈ। ਹੁਣ ਕਾਜੀ ਬਹਾਉਦੀਨ ਬੜਾ ਹੈਰਾਨ ਹੋਇਆ। ਹੁਣ ਸੈਯਦ ਜਲਾਦ, ਇੱਥੇ ਇਹ ਵੀ ਗੱਲ ਸਪਸ਼ਟ ਕਰ ਦੇਵਾਂ, ਜੋ ਆਮ ਜਨਤਾ ਨੂੰ ਸਜ਼ਾ ਦੇਣੀ ਹੁੰਦੀ ਸੀ ਉਹਨਾਂ ਵਾਸਤੇ ਆਮ ਜਲਾਦ ਹੁੰਦੇ ਸਨ। ਜਦੋਂ ਕਿਸੇ ਧਾਰਮਿਕ ਪੁਰਸ਼ ਰਹਿਬਰ ਉਹਨੂੰ ਸਜ਼ਾ ਦੇਣੀ ਹੁੰਦੀ ਸੀ, ਉਹਦੇ ਵਾਸਤੇ ਸੈਯਦ ਜਲਾਦ ਹੁੰਦੇ ਸਨ, ਸੈਯਦ ਜਲਾਦ। ਹੁਣ ਬੜਾ ਡਰਾਉਣ ਧਮਕਾਉਣ ਤੋਂ ਬਾਅਦ ਜਦੋਂ ਕਾਮਯਾਬ ਨਾ ਹੋਏ, ਹੁਣ ਸਭ ਤੋਂ ਪਹਿਲਾਂ
ਭਾਈ ਮਤੀ ਦਾਸ ਜੀ ਨੂੰ ਪਿੰਜਰੇ ਚੋਂ ਬਾਹਰ ਕੱਢਿਆ। ਉਹਨਾਂ ਦੇ ਸਾਹਮਣੇ ਵੀ ਉਹੀ 3 ਸ਼ਰਤਾਂ ਸਨ। ਇਸਲਾਮ ਧਰਮ ਨੂੰ ਕਬੂਲ ਕਰੋ, ਜਾਂ ਕਰਾਮਾਤ ਵਿਖਾਓ, ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ। ਹੁਣ ਕਾਜੀ ਕਹਿੰਦਾ, ਦਰੋਗਾ ਕਹਿੰਦਾ ਭਾਈ ਮਤੀ ਦਾਸ ਜੀ ਨੂੰ ਵੀ ਇੱਕ ਪਾਸੇ ਦੁਨੀਆ ਦੇ ਸੁੱਖ ਨੇ, ਜੇ ਸਾਡੇ ਪਾਸੇ ਆਵੇਂਗਾ, ਜੇ ਗੁਰੂ ਵਾਲੇ ਪਾਸੇ ਜਾਵੇਂਗਾ ਉੱਥੇ ਮੌਤ ਹੈ। ਇੱਕ ਪਾਸੇ ਦੁਨੀਆ ਦੇ ਸੁੱਖ ਤੇ ਇੱਕ ਪਾਸੇ ਮੌਤ। ਹੁਣ ਤੂੰ ਇਹ ਆਪਣੇ ਮਨ ਅੰਦਰ ਨਿਰਣਾ ਕਰ, ਉਹ ਸਾਹਮਣੇ ਜੋ ਮੌਤ ਵੀ ਤੈਨੂੰ ਆਸਾਨ ਸੌਖੀ ਮੌਤ ਨਹੀਂ ਮਿਲੇਗੀ। ਉਹ ਸਾਹਮਣੇ ਜੋ ਤੈਨੂੰ ਤਖਤੇ ਦਿਸ ਰਹੇ ਨੇ, ਇਹਦੇ ਵਿੱਚ ਜੋੜ ਕੇ ਤੇਰੇ ਸਿਰ ਤੇ ਆਰਾ ਚੱਲਣਾ। ਇੱਕ ਪਾਸੇ ਆਰਾ ਮੌਤ ਤੇ ਇੱਕ ਪਾਸੇ ਦੁਨੀਆ ਦੇ ਸੁੱਖ। ਦਾ ਸਾਡੇ ਵਾਲੇ ਪਾਸੇ ਆਵੇਂਗਾ ਤੇ ਦੁਨੀਆ ਦੇ ਸੁੱਖ ਆਨੰਦ ਮਾਣੇਗਾ, ਜੇ ਗੁਰੂ ਦੇ ਪਾਸੇ ਜਾਵੇਂਗਾ ਆਰਾ ਸਿਰ ਤੇ ਚੱਲੇਗਾ। ਭਾਈ ਮਤੀ ਦਾਸ ਜੀ ਕੁਝ ਚਿਰ ਚੁੱਪ ਹੋਏ, ਕਹਿਣ ਲੱਗੇ ਵੀ ਜੇ ਤੂੰ ਮੈਨੂੰ ਆਖਿਆ ਵੀ ਮੈਂ ਦੋਨਾਂ ਵਿੱਚੋਂ ਇੱਕ ਨੂੰ ਚੁਣਾ, ਮੈਂ ਦੁਨੀਆ ਦੇ ਸੁੱਖ ਮਾਣੇ ਨੇ, ਗੁਰੂ ਕਿਰਪਾ ਸਦਕਾ ਆਨੰਦ ਮਾਣਿਆ, ਪਰ ਮੈਂ ਕਦੇ ਆਰੇ ਦਾ ਸਵਾਦ ਨਹੀਂ ਵੇਖਿਆ। ਮੇਰੀ ਇੱਕ ਇਹ ਇੱਛਾ ਹੈ ਵੀ ਮੇਰੇ ਸਿਰ ਤੇ ਰੱਖ ਕੇ ਆਰਾ ਚਲਾ, ਜਦੋਂ ਦੰਦੇ ਮੇਰੇ ਸਿਰ ਵਿੱਚ ਖੁੱਭਣਗੇ ਫਿਰ ਮੈਂ ਫੈਸਲਾ ਕਰਨਾ ਵੀ ਆਰੇ ਦਾ ਜੋ ਸਵਾਦ ਹੈ ਉਹ ਕੈਸਾ, ਮੈਨੂੰ ਪਤਾ ਤਾਂ ਲੱਗੇ। ਕਦੇ ਮੈਂ ਆਰੇ ਦਾ ਸਵਾਦ ਨਹੀਂ ਵੇਖਿਆ, ਕਦੇ ਆਰਾ ਮੈਂ ਕਿਸੇ ਦੇ ਸਿਰ ਤੇ ਸੀਸ ਤੇ ਚੱਲਦਾ ਨਹੀਂ ਵੇਖਿਆ। ਮੈਂ ਦਾ ਸਵਾਦ ਵੇਖਣਾ ਚਾਹੁੰਦਾ, ਫਿਰ ਮੈਂ ਨਿਰਣਾ ਕਰਾਂਗਾ ਕਿ ਦੋਨਾਂ ਵਿੱਚੋਂ ਮੈਂ ਕਿਹਨੂੰ ਚੁਣਾ। ਆਖਰ ਭਾਈ ਮਤੀ ਦਾਸ ਜੀ ਨੂੰ ਤਖਤਿਆਂ ਵਿੱਚ ਜੋੜ ਦਿੱਤਾ ਗਿਆ। ਸਾਫਾ ਲਾ ਕੇ ਜਦ ਸਿਰ ਤੇ ਆਰਾ ਰੱਖਿਆ, ਜਦੋਂ ਚੀਰ ਪਾਇਆ ਗਿਆ, ਕਹਿੰਦੇ ਰੁਕ ਜਾਓ। ਜਲਾਦ ਬੜਾ ਖੁਸ਼ ਹੋਇਆ, ਕਾਜੀ ਬੜਾ ਖੁਸ਼ ਹੋਇਆ, ਦਰੋਗਾ ਬੜਾ ਖੁਸ਼ ਹੋਇਆ ਕਿ ਲੱਗਦਾ ਇਹ ਡਰ ਗਿਆ, ਹੁਣ ਈਨ ਮੰਨ ਲਵੇਗਾ। ਤੇ ਕਾਜੀ ਕਹਿੰਦਾ ਹਜੇ ਕੁਝ ਨਹੀਂ ਵਿਗੜਿਆ, ਇੰਨਾ ਡੂੰਘਾ ਜ਼ਖਮ ਨਹੀਂ ਹੋਇਆ। ਜੇ ਤੂੰ ਸਾਡੇ ਵਾਲੇ ਪਾਸੇ ਆਉਣਾ ਤੇਰਾ ਇਲਾਜ ਕਰਾ ਦਿੱਤਾ ਜਾਏਗਾ, ਦੁਨੀਆ ਦੇ ਸਾਰੇ ਸੁੱਖ ਦੇ ਸਾਧਨ ਤੈਨੂੰ ਦਿੱਤੇ ਜਾਣਗੇ। ਪਰ ਭਾਈ ਮਤੀ ਦਾਸ ਜੀ ਨੇ ਆਖਿਆ ਤੂੰ ਮੈਨੂੰ ਦੋਨਾਂ ਵਿੱਚੋਂ ਇੱਕ ਚੁਣਨ ਵਾਸਤੇ ਆਖਿਆ ਸੀ, ਮੈਂ ਆਰੇ ਦਾ ਸਵਾਦ ਵੇਖ ਲਿਆ, ਇਹ ਸਵਾਦ ਦੇ ਅੱਗੇ ਦੁਨੀਆ ਦੇ ਜਿਹੜੇ ਸੁੱਖ ਨੇ ਉਹ ਫਿੱਕੇ ਨੇ। ਵੀ ਮੈਂ ਗੁਰੂ ਵਾਲੇ ਪਾਸੇ, ਮੈਂ ਆਪਣੇ ਗੁਰੂ ਨੂੰ ਨਹੀਂ ਛੱਡ ਸਕਦਾ, ਆਪਣੇ ਧਰਮ ਨੂੰ ਨਹੀਂ ਛੱਡ ਸਕਦਾ, ਤੂੰ ਆਪਣਾ ਕੰਮ ਕਰ। ਬੜੇ ਹੈਰਾਨ ਹੋਏ। ਹੁਣ ਪੁੱਛਦੇ ਵੀ ਤੂੰ ਮਰਨਾ ਤਾਂ ਹੈ ਹੀ ਹੈ, ਆਰਾ ਤੇਰੇ ਸਿਰ ਤੇ ਹੈ, ਪਰ ਤੇਰੀ ਕੋਈ ਅੰਤਮ ਇੱਛਾ? ਸਾਡੇ ਇਤਿਹਾਸਿਕ ਸਰੋਤਾਂ ਵਿੱਚ ਦਰਜ ਹੈ, ਭਾਈ ਮਤੀ ਦਾਸ ਜੀ ਨੇ ਆਖਿਆ ਮੇਰੀ ਅੰਤਮ ਇੱਛਾ ਵੀ ਮੇਰਾ ਜਿਹੜਾ ਮੁੱਖ ਹੈ ਉਹ ਮੇਰੇ ਗੁਰੂ ਵੱਲ ਕਰ ਦਿੱਤਾ ਜਾਏ, ਤਖਤਿਆਂ ਦਾ ਮੂੰਹ ਘੁਮਾ ਦਿੱਤਾ ਜਾਏ। ਮੈਂ ਅੰਤ ਵੇਲੇ ਤੱਕ ਆਪਣੇ ਗੁਰੂ ਦੇ ਦੀਦਾਰ ਕਰਨਾ ਚਾਹੁੰਦਾ, ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ। ਸੰਗਤ ਵਿੱਚ ਬਹਿ ਕੇ ਮੈਂ ਗੁਰੂ ਦੇ ਦੀਦਾਰ ਕੀਤੇ। ਅੱਜ ਕੈਸਾ ਭਾਗਾਂ ਵਾਲਾ ਸਮਾਂ, ਅੱਜ ਮੈਂ ਇਕੱਲਾ ਤੇ ਗੁਰੂ ਮੇਰਾ ਇਕੱਲਾ, ਮੈਂ ਸਾਹਮਣੇ ਆਪਣੇ ਗੁਰੂ ਦੇ ਦੀਦਾਰ ਕਰਾਂਗਾ। ਤੇ ਇਹ ਵੀ ਤਵਾਰੀਖ ਵਿੱਚ ਲਿਖਿਆ ਹੁੰਦਾ ਹੈ, ਉਹਨਾਂ ਨੇ ਆਖਿਆ ਵੀ ਮੇਰੀ ਜਿਹੜੀ ਜੀਭ ਹੈ ਇਹ ਨਾ ਕੱਟੀ ਜਾਏ, ਕਿਉਂਕਿ ਮੈਂ ਜਿਹੜਾ ਜਪ ਦਾ ਪਾਠ ਜਪਜੀ ਸਾਹਿਬ ਦਾ ਪ੍ਰਾਰੰਭ ਕੀਤਾ ਇਹ ਪੂਰਾ ਹੋ ਜਾਏ। ਗੁਰੂ ਤੇਗ ਬਹਾਦਰ ਮਹਾਰਾਜ ਪਿੰਜਰੇ 'ਚ ਮੁਸਕਰਾਏ, ਕਹਿਣ ਲੱਗੇ ਹੁਣ ਤੇਰਾ ਜਿਹੜਾ ਸਿਦਕ ਹੈ, ਤੇਰਾ ਜਿਹੜਾ ਭਰੋਸਾ ਹੈ ਉਹ ਪਰਪੱਕ ਹੋ ਗਿਆ। ਹੁਣ ਤੂੰ ਆਪਣੀ ਰਸਨਾ ਤੋਂ ਪਾਠ ਕਰ ਨਾ ਕਰ, ਹੁਣ ਤੇਰਾ ਜਿਹੜਾ ਨੇਮ ਹੈ ਉਹ ਬਿਨਾਂ ਰਸਨਾ ਤੋਂ ਵੀ ਨਿਭੇਗਾ। ਜੀਭ ਭਾਵੇਂ 2 ਫਾੜ ਵੀ ਹੋ ਜਾਏਗੀ, 2 ਫਾੜਾਂ ਵਿੱਚੋਂ ਵੀ ਜਪ ਦੀ ਆਵਾਜ਼ ਆਵੇਗੀ, ਵੀ ਤੇਰਾ ਨੇਮ ਨਿਭੇਗਾ। ਤੇ ਆਖਰ ਸੱਤ ਹੋਇਆ, ਸਰੀਰ 2 ਫਾੜ ਹੋ ਕੇ 2 ਹਿੱਸਿਆਂ ਵਿੱਚ ਵੰਡਿਆ ਗਿਆ, ਧਰਤੀ ਤੇ ਡਿੱਗਿਆ। ਸਰੀਰ ਦੇ ਟੁਕੜਿਆਂ ਵਿੱਚੋਂ ਵੀ ਆਵਾਜ਼ ਆਉਂਦੀ ਰਹੀ ਜਪ ਦੀ। ਸੋ ਕਹਿਣ ਤੋਂ ਭਾਵ ਐਸੇ ਸਿੱਧਕੀ ਸਿੱਖ ਜਿਨ੍ਹਾਂ ਨੂੰ ਵੇਖ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਮੁਖੋਂ ਪਿੰਜਰੇ 'ਚ ਬਚਨ ਉਚਾਰੇ ਸਨ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਸਿੱਖੀ ਨੂੰ ਕੇਸਾਂ ਸੁਆਸਾਂ ਨਾਲ ਨਿਭਾਇਆ, ਅਖੀਰ ਤੱਕ ਗੁਰੂ ਦੇ ਦੀਦਾਰ ਕੀਤੇ, ਗੁਰੂ ਦਾ ਦਰਸ਼ਨ ਕੀਤਾ। ਹੁਣ ਭਾਈ ਦਿਆਲਾ ਜੀ ਜਿਨ੍ਹਾਂ ਨੇ ਪਿੰਜਰੇ ਵਿੱਚੋਂ ਆਖਿਆ, ਐ ਕਾਜੀ ਤੂੰ ਆਰਾ ਭਾਈ ਮਤੀ ਦਾਸ ਦੇ ਸਿਰ ਤੇ ਨਹੀਂ, ਮੁਗਲ ਸਲਤਨਤ ਦੇ ਜੜਾਂ ਤੇ ਚਲਾਇਆ ਹੈ। ਤੁਹਾਡੀ ਸਲਤਨਤ, ਤੁਹਾਡੇ ਰਾਜ ਦਾ ਅੰਤ ਹੋਣ ਵਾਲਾ ਹੈ, ਬਹੁਤ ਜਲਦ ਇਹਦਾ ਅੰਤ ਹੋਵੇਗਾ।
ਆਖਰ ਕਾਜੀ ਕਹਿੰਦਾ ਇਹਨੂੰ ਵੀ ਪਿੰਜਰੇ ਚੋਂ ਬਾਹਰ ਕੱਢ ਕੇ ਲਿਆਓ। ਹੁਣ ਬਾਹਰ ਕੱਢ ਕੇ ਲਿਆਂਦਾ। ਹੁਣ ਸਜ਼ਾ ਕੀ ਜ਼ਾਲਮਾਂ ਨੇ ਸੁਣਾਈ ਵੀ ਉਬਲਦੀ ਦੇਗ ਵਿੱਚ ਇਹਨਾਂ ਨੂੰ ਉਬਾਲਿਆ ਜਾਣਾ। ਆਪਾਂ ਫੋਟੋ 'ਚ ਵੇਖਦੇ ਆ ਨਾ, ਭਾਈ ਦਿਆਲਾ ਜੀ ਦਾ ਸਿਰ ਬਾਹਰ ਹੈ ਪਤੀਲੇ ਵਿੱਚੋਂ, ਦਰਅਸਲ ਐਸਾ ਨਹੀਂ ਸੀ। ਜ਼ਾਲਮਾਂ ਨੇ ਦੇਗ ਵਿੱਚ ਬਿਠਾ ਕੇ ਢੱਕਣ ਰੱਖ ਕੇ ਉੱਪਰ ਵਜਨ ਵੀ ਪਾਇਆ ਸੀ ਵੀ ਸੀਸ ਇਹ ਬਾਹਰ ਨਾ ਕੱਢ ਸਕਣ। ਜਦੋਂ ਸੇਕਾ ਲੱਗੇ ਇਹ ਕਦੇ ਆਪਣਾ ਸੀਸ ਬਾਹਰ ਨਾ ਕੱਢ ਲੈਣ। ਆਖਰ ਅੱਗ ਦਾ ਭੰਬੜ ਮਚਾਇਆ ਗਿਆ। ਧੰਨ ਸਿੱਖੀ ਗੁਰੂ ਦੇ ਸਿੱਖਾਂ ਦੀ ਜਦੋਂ ਕੇਸਾਂ ਤੋਂ ਫੜ ਕੇ ਬਾਹਰ ਕੱਢਿਆ ਤੇ ਸਾਰਾ ਜਿਹੜਾ ਮਾਸ ਹੱਡੀਆਂ ਤੋਂ ਨੁਚੜ ਕੇ ਪਾਣੀ ਵਿੱਚ ਘੁਲ ਚੁੱਕਾ ਸੀ। ਹੁਣ ਪਿੰਜਰ ਨੂੰ ਬਾਹਰ ਕੱਢ ਕੇ ਰੱਖਿਆ। ਇੱਕ ਪਾਸੇ ਵੇਖੋ ਕੈਸਾ ਦਰਦਨਾਕ ਨਜ਼ਾਰਾ ਵੀ ਗੁਰੂ ਦੇ ਸਿੱਖ ਦਾ ਦੋ ਫਾੜ ਹੋਇਆ, ਸਰੀਰ ਪਿਆ। ਇੱਕ ਪਾਸੇ ਪਿੰਜਰ ਪਾਣੀ ਵਿੱਚ ਉਬਲ ਕੇ ਜਿਹੜਾ ਸਾਰਾ ਮਾਸ ਹੱਡੀਆਂ ਤੋਂ ਲਹਿਦਾ ਹੋ ਗਿਆ, ਉਹ ਪਿੰਜਰਾ ਪਿਆ। ਹੁਣ ਭਾਈ ਸਤੀ ਦਾਸ ਨੂੰ ਬਾਹਰ ਕੱਢਿਆ। ਹੁਣ ਉਹਨਾਂ ਅੱਗੇ ਵੀ ਉਹੀ ਦੋ ਸ਼ਰਤਾਂ ਵੀ ਜਾਂ ਇਸਲਾਮ ਧਰਮ ਨੂੰ ਕਬੂਲ ਕਰੋ ਜਾਂ ਕਰਾਮਾਤ ਵਿਖਾਓ, ਜੇ ਨਹੀਂ ਤਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ। ਹੁਣ ਭਾਈ ਸਤੀ ਦਾਸ ਜੀ ਨੇ ਵੀ ਆਖਿਆ ਵੀ ਤੁਹਾਨੂੰ ਕੀ ਲੱਗਦਾ ਵੀ ਮੈਂ ਤੁਹਾਡੀ ਈਨ ਮੰਨ ਜਾਗਾ? ਮੇਰੇ ਭਰਾਵਾਂ ਨੇ ਤੁਹਾਡੀ ਈਨ ਨਹੀਂ ਮੰਨੀ, ਤੁਸੀਂ ਉਹਨਾਂ ਨੂੰ ਡਰਾ ਨਹੀਂ ਸਕੇ, ਬੜੇ ਤੁਸੀਂ ਡਰਾਵੇ ਦਿੱਤੇ, ਕਠੋਰ ਸਜ਼ਾ ਦਿੱਤੀ, ਤੇ ਮੈਂ ਵੀ ਉਸੇ ਗੁਰੂ ਦਾ ਸਿੱਖ ਹਾਂ, ਮੈਂ ਮਰਨਾ ਕਬੂਲ ਕਰਾਂਗਾ। ਕਿਉਂਕਿ ਜਦੋਂ ਗੁਰੂ ਅੰਗ ਸੰਗ ਹੋਵੇ, ਗੁਰੂ ਦਾ ਮਿਹਰਾਂ ਭਰਿਆ ਹੱਥ ਹੋਵੇ ਤੇ ਮੌਤ ਦਾ ਡਰ ਤਾਂ ਪੋ ਨਹੀਂ ਸਕਦਾ। ਆਖਰ ਕੀ ਸਜ਼ਾ ਵੀ ਜਿਉਂਦੇ ਨੂੰ ਰੂਮ ਵਿੱਚ ਲਪੇਟ ਕੇ ਸਾੜ ਦਿੱਤਾ ਜਾਣਾ, ਕਿਉਂਕਿ ਰੂਮ ਬੜੀ ਛੇਤੀ ਅੱਗ ਫੜਦਾ। ਹਜ਼ਾਰਾਂ ਮਣੀ ਰੂਹ ਨਾਲ ਲਪੇਟਿਆ ਗਿਆ, ਜਿਉਂਦੇ ਨੂੰ ਅੱਗ ਲਾ ਦਿੱਤੀ ਗਈ। ਹੁਣ ਵੇਖੋ ਕਿੰਨਾ ਖੌਫਨਾਕ ਦਰਦਨਾਕ ਨਜ਼ਾਰਾ ਹੋਵੇਗਾ। ਇਹ ਸਭ ਕੁਝ ਭਾਈ ਜੈਤਾ ਜੀ ਆਪਣੀ ਅੱਖਾਂ ਦੇ ਨਾਲ ਵੇਖ ਰਹੇ ਨੇ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਭਾਈ ਮਤੀ ਦਾਸ ਦਾ ਸਰੀਰ ਦੋ ਫਾੜ ਹੋਇਆ, ਉਦੋਂ ਵੀ ਆਖਿਆ ਸੀ ਧੰਨ ਸਿੱਖੀ, ਧੰਨ ਸਿੱਖੀ। ਜਦੋਂ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਆਖਿਆ ਧੰਨ ਸਿੱਖੀ, ਧੰਨ ਸਿੱਖੀ। ਜਦੋਂ ਭਾਈ ਸਤੀ ਦਾਸ ਜੀ ਦਾ ਸਰੀਰ ਵੇਖਿਆ, ਉਦੋਂ ਵੀ ਮੁੱਖ ਵਿੱਚੋਂ ਬਚਨ ਉਚਾਰੇ ਧੰਨ ਸਿੱਖੀ, ਧੰਨ ਗੁਰੂ ਦੇ ਸਿੱਖ। ਹੁਣ ਭਾਈ ਜੈਤਾ ਜੀ ਜੋ ਸਾਰਾ ਕੁਝ ਵੇਖ ਰਹੇ ਸਨ, ਵੇਖੋ ਉਹਨਾਂ ਦੇ ਦਿਲ ਤੇ ਕੀ ਗੁਜ਼ਰੀ ਹੋਵੇਗੀ। ਆਪਣੇ ਨਾਲ ਦੇ ਗੁਰਸਿੱਖ ਭਰਾਵਾਂ ਦੇ ਐਸੇ ਹਾਲਾਤ, ਐਸੀ ਕਠੋਰ ਸਜ਼ਾਵਾਂ ਉਹਨਾਂ ਨੂੰ ਭੁਗਤਦਿਆਂ ਵੇਖਿਆ। ਹੁਣ ਅੱਜ ਦੀ ਰਾਤ ਇਹ ਜਿਹੜੀ ਸ਼ਹਾਦਤ ਹੋਈ ਹੈ ਨੇ, ਇਹ 11 ਨਵੰਬਰ 1675 ਨੂੰ। ਹੁਣ ਅਗਲਾ ਦਿਨ, ਅੱਜ ਦੀ ਰਾਤ ਗੁਰੂ ਤੇਗ ਬਹਾਦਰ ਮਹਾਰਾਜ ਇਕੱਲੇ ਨੇ। ਹੁਣ ਅਗਲਾ ਦਿਨ ਹੋਇਆ, ਗੁਰੂ ਸਾਹਿਬ ਨੂੰ ਪਿੰਜਰੇ ਵਿੱਚੋਂ ਬਾਹਰ ਕੱਢਿਆ ਗਿਆ। ਅਣਗਿਣਤ ਲੋਕ, ਤਮਾਸ਼ਗੀਰ, ਤਮਾਸ਼ਾ ਵੇਖਣ ਵਾਲੇ ਇਕੱਤਰ ਹੋਏ। ਗੁਰੂ ਸਾਹਿਬ ਅੱਗੇ ਵੀ ਉਹੀ ਤਿੰਨ ਸ਼ਰਤਾਂ ਫੇਰ ਦੁਬਾਰਾ ਦੁਹਰਾਈਆਂ ਗਈਆਂ। ਇੱਕ, ਇਸਲਾਮ ਧਰਮ ਨੂੰ ਕਬੂਲ ਕਰੋ। ਦੂਜੀ, ਕਰਾਮਾਤ ਵਿਖਾਓ। ਤੀਜੀ, ਨਹੀਂ ਤਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ। ਕਿਉਂਕਿ ਤਿੰਨ ਸਿੱਖਾਂ ਦੀ ਸ਼ਹਾਦਤ ਅੱਖਾਂ ਦੇ ਸਾਹਮਣੇ ਹੋਈ ਵੀ ਇਹਨਾਂ ਦੇ ਮਨ ਅੰਦਰ ਖੋਫ ਪੈਦਾ ਹੋ ਜੇ, ਡਰ ਪੈਦਾ ਹੋ ਜੇ। ਪਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ, ਅਸੀਂ ਕਰਾਮਾਤ ਨਹੀਂ ਵਿਖਾਉਣੀ, ਅਸੀਂ ਸ਼ਹਾਦਤ ਦਿਆਂਗੇ। ਵੀ ਤੇਰੀ ਨਜ਼ਰਾਂ ਵਿੱਚ ਇਹ ਸਜ਼ਾ ਹੈ, ਪਰ ਸਾਡੀ ਨਜ਼ਰਾਂ ਵਿੱਚ ਇਹ ਸ਼ਹਾਦਤ ਹੈ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਨਾ ਚਾਹੁੰਦੇ ਵੀ ਪੁੱਛਿਆ ਵੀ ਕੋਈ ਤੁਹਾਡੀ ਅੰਤਮ ਇੱਛਾ? ਗੁਰੂ ਸਾਹਿਬ ਨੇ ਇੱਛਾ ਜ਼ਾਹਿਰ ਕੀਤੀ, ਮੈਂ ਇਸ਼ਨਾਨ ਕਰਨਾ ਚਾਹੁੰਦਾ ਹਾਂ। ਉਹ ਇਤਿਹਾਸਕ ਖੂਹੀ ਅੱਜ ਵੀ ਮੌਜੂਦ ਹੈ। ਜਦੋਂ ਆਪਾਂ ਚਾਂਦਨੀ ਚੌਂਕ ਵਿਖੇ ਜਾਂਦੇ ਆ ਨਾ, ਸੀਸਗੰਜ ਗੁਰਦੁਆਰਾ ਸਾਹਿਬ ਵਿਖੇ, ਉੱਥੇ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਦਰਖਤ ਦੇ ਹੇਠਾਂ ਬੈਠੇ। ਸਤਿਗੁਰੂ ਜੀ ਨੂੰ ਫੇਰ ਪੁੱਛਿਆ ਗਿਆ, ਪਰ ਸਤਿਗੁਰੂ ਜੀ ਇਨਕਾਰੀ ਹੋਏ। ਕਹਿਣ ਲੱਗੇ ਨਹੀਂ, ਸਾਡੇ ਮੋਢਿਆਂ ਤੇ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ, ਅਸੀਂ ਜ਼ਿੰਮੇਵਾਰੀ ਲੈ ਕੇ ਆਏ ਹਾਂ, ਕਰਾਮਾਤ ਅਸੀਂ ਵਿਖਾਉਣੀ ਨਹੀਂ, ਇਸਲਾਮ ਧਰਮ ਅਸੀਂ ਕਬੂਲ ਨਹੀਂ ਕਰਨਾ।
ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਸਕਦੇ ਹੋ। ਹੁਣ ਕਾਜੀ ਕਹਿੰਦਾ ਹੈ ਵੀ ਮੈਂ ਪੁਸ਼ਤੈਨੀ ਕਾਜੀ ਆ। ਹੁਣ ਦਰੋਗਾ ਕਹਿੰਦਾ ਅਬਦੁੱਲਾ ਮੈਂ ਪੁਸ਼ਤੈਨੀ ਦਰੋਗਾ, ਮੈਂ ਵੱਡੇ ਵੱਡੇ ਜਿਹੜੇ ਬਾਗੀ ਨੇ ਉਹਨਾਂ ਨੂੰ ਸਿੱਧੇ ਰਸਤੇ ਤੇ ਲਿਆਂਦਾ ਹੈ। ਹੁਣ ਜਲਾਦ ਵੀ ਬੋਲਿਆ, ਕਹਿੰਦਾ ਮੈਂ ਵੀ ਪੁਸ਼ਤੈਨੀ ਜਲਾਦ ਆ, ਅਣਗਿਣਤ ਧਰਮੀ ਪੁਰਖਾਂ ਨੂੰ ਮੈਂ ਆਪਣੇ ਹੱਥਾਂ ਸਜ਼ਾ ਦਿੱਤੀ ਹੈ ਵੀ ਮੇਰੇ ਹੱਥ ਕੰਬਦੇ ਨਹੀਂ, ਡੋਲਦੇ ਨਹੀਂ, ਵੀ ਤੁਹਾਨੂੰ ਕਠੋਰ ਤੋਂ ਕਠੋਰ ਸਜ਼ਾ ਦਿੱਤੀ ਜਾਣੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਹੱਸ ਪਏ ਵੀ ਵਾਹ, ਇਹ ਪ੍ਰਮਾਤਮਾ ਕੈਸਾ ਸਬੱਬ ਬਣਾਇਆ ਹੈ। ਪੁਸ਼ਤੈਨੀ ਜਲਾਦ, ਪੁਸ਼ਤੈਨੀ ਦਰੋਗਾ, ਪੁਸ਼ਤੈਨੀ ਕਾਜੀ ਕਹਿਣ ਲੱਗੇ ਫਿਰ ਮੈਂ ਵੀ ਪੁਸ਼ਤੈਨੀ ਸ਼ਹੀਦ ਆ, ਮੇਰਾ ਦਾਦਾ ਸ਼ਹੀਦਾਂ ਦਾ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ। ਜੇ ਤੁਸੀਂ ਪੁਸ਼ਤੈਨੀ ਜਲਾਦ ਹੋ ਤੈਨੂੰ ਮਾਣ ਹੈ, ਤੂੰ ਪੁਸ਼ਤੈਨੀ ਕਾਜੀ ਹੈ ਤੈਨੂੰ ਮਾਣ ਹੈ, ਤੂੰ ਪੁਸ਼ਤੈਨੀ ਦਰੋਗਾ ਤੈਨੂੰ ਮਾਣ ਹੈ, ਤੇ ਮੈਂ ਵੀ ਪੁਸ਼ਤੈਨੀ ਸ਼ਹੀਦ। ਹੁਣ ਇਹ ਗੱਲ ਪੱਕੀ ਨਹੀਂ ਵੀ ਤੁਹਾਡੇ ਅੱਗੇ ਜਾ ਕੇ ਕੋਈ ਪੁਸ਼ਤੈਨੀ ਜਲਾਦ ਹੋਵੇ, ਪੁਸ਼ਤੈਨੀ ਸ਼ਹੀਦ, ਪੁਸ਼ਤੈਨੀ ਦਰੋਗਾ ਹੋਵੇ, ਪੁਸ਼ਤੈਨੀ ਕਾਜੀ ਹੋਵੇ, ਇਹ ਗੱਲ ਤਾਂ ਪੱਕੀ ਨਹੀਂ। ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ, ਜਿੱਥੇ ਮੇਰਾ ਲਹੂ ਡੁੱਲੇਗਾ ਮੇਰੀ ਕੌਮ ਵਿੱਚ ਅਣਗਿਣਤ ਸ਼ਹੀਦ ਹੋਣਗੇ, ਮੇਰੇ ਪੁੱਤਰਾਂ ਨੇ ਸ਼ਹੀਦ ਹੋਣਾ ਹੈ, ਵੀ ਮੇਰੇ ਘਰ ਵਿੱਚ ਸ਼ਹੀਦੀ ਜਾਮ ਪੀਣ ਵਾਲੇ ਅਣਗਿਣਤ ਹੋਣਗੇ। ਵੀ ਤੁਹਾਡੇ ਘਰ ਭਾਵੇਂ ਕੋਈ ਹੋਏ ਨਾ ਹੋਏ, ਉਹ ਬਾਅਦ ਵਿੱਚ ਸਮਾਣੇ ਵਿਖੇ ਬੰਦਾ ਸਿੰਘ ਬਹਾਦਰ ਨੇ, ਕਿਉਂਕਿ ਦੋਨੋਂ ਜਲਾਦ ਸਾਸਲ ਬੇਗ, ਬਾਸਲ ਬੇਗ ਤੇ ਜਲਾਲੂਦੀਨ ਤਿੰਨੋਂ ਸਮਾਣੇ ਦੇ ਰਹਿਣ ਵਾਲੇ ਸੀ। ਉਹਨੇ ਜਾ ਕੇ ਸਮਾਣੇ ਦਾ ਮਲੀਆ ਮੇਟ ਕੀਤਾ ਤੇ ਇਹਨਾਂ ਨੂੰ ਮਾਰ ਮੁਕਾਇਆ ਸੀ। ਵੀ ਤੁਹਾਡੇ ਘਰ ਕੋਈ ਹੋਵੇ ਨਾ ਹੋਵੇ, ਪਰ ਮੇਰੇ ਘਰ ਮੇਰੀ ਕੌਮ ਵਿੱਚ ਅਣਗਿਣਤ ਸ਼ਹੀਦ ਹੋਣਗੇ, ਜੋ ਹੱਸ ਕੇ ਸ਼ਹੀਦੀਆਂ ਦੇਣਗੇ ਧਰਮ ਦੇ ਖਾਤਰ, ਦੂਜਿਆਂ ਦਾ ਧਰਮ ਬਚਾਉਣ ਦੀ ਖਾਤਰ, ਦੂਜਿਆਂ ਦੀ ਰੱਖਿਆ ਦੀ ਖਾਤਰ। ਜਿਨ੍ਹਾਂ ਨੇ ਸ਼ਹਾਦਤ ਜਾਮ ਪੀਣਾ ਉਹਨਾਂ ਵਿੱਚ ਕਮੀ ਨਹੀਂ ਆਵੇਗੀ। ਹੁਣ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਲਿਆਂਦਾ ਗਿਆ ਥੜੇ ਤੇ, ਥੜਾ ਮੌਜੂਦ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪੁੱਛਿਆ ਵੀ ਤੁਹਾਡੀ ਹੋਰ ਇੱਛਾ? ਕਹਿੰਦੇ ਮੇਰੀ ਇੱਛਾ ਹੈ ਵੀ ਮੈਂ ਪਹਿਲਾਂ ਨਿਰੰਕਾਰ ਦਾ ਸ਼ੁਕਰਾਨਾ ਕਰਨਾ ਚਾਹੁੰਦਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਸਾਡੇ ਇਤਿਹਾਸਕ ਸਰੋਤ ਨੇ ਜਪਜੀ ਸਾਹਿਬ ਦਾ ਪਾਠ ਪ੍ਰਾਰੰਭ ਕੀਤਾ। ਜਪ ਜਦੋਂ ਪੰਕਤੀਆਂ ਆਈਆਂ ਨਾ, ਜਿਨੀ ਨਾਮ ਧਿਆਇਆ ਗੇ ਮੁਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵੀ ਜ਼ਾਲਮਾਂ ਅੱਗੇ ਸੀਸ ਤਾਂ ਨਹੀਂ ਝੁਕਾਇਆ, ਜਦੋਂ ਪਰਿਪੂਰਨ ਪਰਮਾਤਮਾ ਨਿਰੰਕਾਰ ਅੱਗੇ ਸੀਸ ਝੁਕਾਇਆ ਨਾ, ਮੱਥਾ ਟੇਕਿਆ। ਜਿਨੀ ਨਾਮ ਧਿਆਇਆ ਗੇ ਮੁਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਉਧਰੋਂ ਜਲਾਦ ਜਲਾਲੂਦੀਨ ਨੇ ਭਰਮਾਂ ਵਾਰ ਕੀਤਾ, ਸੀਸ ਜਿਹੜਾ ਧੜ ਤੋਂ ਅਲੱਗ ਹੋ ਗਿਆ। ਹੁਣ ਕਹਿੰਦੇ ਧਰਤੀ ਵੀ ਰੋਈ, ਅੰਬਰ ਵੀ ਰੋਇਆ। ਐਸੀ ਉਸ ਵਕਤ ਅਨਹੋਣੀ ਘਟਨਾ ਹੋਈ ਵੀ ਬਹੁਤ ਭਾਰੀ ਮੀਂਹ ਝੱਖੜ ਉਸ ਵਕਤ ਚੱਲਿਆ। ਜੋ ਭਾਈ ਜੈਤਾ ਜੀ ਦੀ ਜ਼ਿੰਮੇਵਾਰੀ ਲਾਈ ਸੀ, ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੀਸ ਨੂੰ ਆਪਣੀ ਛਾਤੀ ਦੇ ਨਾਲ ਲਾ ਕੇ ਉੱਥੋਂ ਨਿਕਲ ਗਏ। ਤੇ ਉਧਰੋਂ ਲੱਖੀ ਸ਼ਾਹ ਵਣਜਾਰਾ ਜੋ ਰੂਮ ਦਾ ਵਪਾਰੀ ਸੀ, ਗੱਡੀਆਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਨੂੰ ਰੂਮ ਵਿੱਚ ਲਪੇਟ ਕੇ ਆਪਣੇ ਘਰ ਲੈ ਗਿਆ। ਜਦੋਂ ਤੱਕ ਤੂਫਾਨ ਰੁਕਦਾ, ਹੁਣ ਜ਼ਾਲਮ ਵੇਖਦੇ ਨੇ ਨਾ ਧੜ ਹੈ ਨਾ ਸੀਸ, ਵੀ ਲੈ ਕੌਣ ਗਿਆ। ਹੁਣ ਲੱਖੀ ਸ਼ਾਹ ਘਰ ਜਾ ਕੇ ਕਹਿੰਦਾ, ਘਰ ਵਾਲੀ ਨੂੰ ਤੇਰੀ ਬੜੀ ਇੱਛਾ ਸੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਘਰ ਆਉਣ, ਚਰਨ ਪਾਣ। ਅੱਜ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਘਰ ਆਏ ਨੇ। ਬੜੀ ਖੁਸ਼ ਹੋਈ ਜਦੋਂ ਵੇਖਦੀ ਹੈ ਬਿਨਾਂ ਸੀਸ ਤੋਂ ਧੜ ਤੇ ਵੈਰਾਗ ਦੇ ਹੰਝੂ ਵਹਿ ਤੁਰੇ। ਵੀ ਮੇਰੀ ਮਨ ਦੀ ਇੱਛਾ ਪੂਰੀ ਕੀਤੀ, ਪਰ ਸਤਿਗੁਰੂ ਜੀ ਇਸ ਹਾਲਾਤ ਵਿੱਚ ਨਹੀਂ, ਮੈਂ ਚਾਹੁੰਦੀ ਤੁਸੀਂ ਮੇਰੇ ਕੋਲ ਆਉਂਦੇ। ਹੁਣ ਮੁਗਲ ਫੌਜ ਲੱਭਣ ਲੱਗ ਪਈ। ਲੱਖੀ ਸ਼ਾਹ ਨੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ। ਜੋ ਬਹੁਤ ਵੱਡਾ ਵਪਾਰੀ ਸੀ, ਉਹ ਘਰ ਵੀ ਪੂਜਣ ਯੋਗ ਹੋ ਗਿਆ, ਜਿਹਨੂੰ ਆਪਾਂ ਗੁਰਦੁਆਰਾ ਰਕਾਬਗੰਜ ਸਾਹਿਬ ਆਖਦੇ ਹਾਂ। ਹੁਣ ਭਾਈ ਜੈਤਾ ਜੀ ਸੀਸ ਲੈ ਕੇ ਦਿੱਲੀ ਤੋਂ ਤੁਰੇ। ਪਹਿਲਾ ਪੜਾਅ ਕੀਤਾ ਬਾਗਪਤ। ਬਾਗਪਤ ਠਹਿਰੇ, ਉਹਦੇ ਤੋਂ ਅਗਲਾ ਪੜਾਅ ਕੀਤਾ ਹੈ ਤਰਾਵੜੀ ਵਿਖੇ। ਤਰਾਵੜੀ ਤੋਂ ਤੁਰਦੇ ਹੋਏ
ਟੰਗਰੀ ਨਦੀ ਅੰਬਾਲੇ, ਅੰਬਾਲੇ ਤੋਂ ਨਾਭਾ, ਨਾਭੇ ਤੋਂ ਕੀਰਤਪੁਰ ਸਾਹਿਬ। ਕੀਰਤਪੁਰ ਸਾਹਿਬ ਜਾ ਕੇ ਉਹਨਾਂ ਨੇ ਸੀਸ ਰੱਖਿਆ, ਕਿਉਂਕਿ ਉਹਨਾਂ ਦੇ ਮਨ ਅੰਦਰ ਫੁਰਨਾ ਸੀ। ਗੁਰੂ ਹਰਰਾਏ ਸਾਹਿਬ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸੰਸਕਾਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ। ਸ਼ਾਇਦ ਇਹ ਸੰਸਕਾਰ ਵੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਵੇ। ਪਰ ਜਦੋਂ ਸੁਨੇਹਾ ਮਾਤਾ ਗੁਜਰੀ ਨੂੰ ਮਿਲਿਆ, ਸਾਰਾ ਪਰਿਵਾਰ ਕੀਰਤਪੁਰ ਸਾਹਿਬ ਵਿਖੇ ਆਇਆ। ਹੁਣ ਜਦੋਂ ਮਾਤਾ ਨਾਨਕੀ ਨੇ ਸਭ ਤੋਂ ਪਹਿਲਾਂ ਭਾਈ ਜੈਤਾ ਜੀ ਨੇ ਸੀਸ ਜਾ ਕੇ ਮਾਤਾ ਨਾਨਕੀ ਜੀ ਝੋਲੀ ਵਿੱਚ ਪਾਇਆ। ਜਦੋਂ ਸੀਸ ਵੇਖਿਆ, ਕੱਪੜੇ ਵਿੱਚੋਂ ਖੋਲ ਕੇ ਕੀ ਵੇਖਦੇ ਨੇ, ਜਿਹੜਾ ਚਿਹਰਾ ਹੱਸਦਾ ਮੁਸਕਰਾਉਂਦਾ ਉਹਨਾਂ ਨੇ ਤੋਰਿਆ ਸੀ, ਉਸ ਤਰ੍ਹਾਂ ਹੀ ਹੱਸਦਾ ਮੁਸਕਰਾਉਂਦਾ ਚਿਹਰਾ ਉਹਨਾਂ ਕੋਲ ਪਹੁੰਚਿਆ। ਧੜ ਭਾਵੇਂ ਨਹੀਂ ਸੀ। ਇਹ ਵੀ ਦੁਨੀਆ 'ਚ ਇੱਕ ਮਿਸਾਲ ਹੈ। ਦੇਖੋ 11-12 ਤਰੀਕ ਨੂੰ ਸ਼ਹਾਦਤ ਹੁੰਦੀ ਹੈ, ਧੜ ਦਾ ਸੰਸਕਾਰ ਦਿੱਲੀ ਵਿਖੇ ਹੁੰਦਾ ਹੈ, ਤੇ ਸੀਸ ਦਾ ਸੰਸਕਾਰ ਹਫ਼ਤੇ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਹੈ। ਹੁਣ ਇਸ ਦੌਰਾਨ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਗਏ ਨਾ, ਦੇਵਾ ਰਾਮ ਧੋਬੀ ਜਦੋਂ ਲੁਕੇ ਹੋਏ ਸਨ, ਕਿਉਂਕਿ ਜੰਗਲਾਂ ਦੇ ਵਿੱਚੋਂ ਦੀ ਲੰਘ ਕੇ ਗਏ ਅਣਗਿਣਤ ਫੌਜ ਸਿਪਾਹੀ ਲੱਭ ਰਹੇ ਸਨ, ਜਿਨ੍ਹਾਂ ਨੇ ਆਪਣੇ ਹੱਥੀਂ ਖੇਸ ਤਿਆਰ ਕੀਤਾ ਹੋਇਆ ਸੀ। ਦੋਨੋਂ ਮੀਆਂ ਬੀਬੀ ਅਰਦਾਸਾਂ ਕਰਦੇ ਸਨ ਵੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਘਰ ਆਉਣਗੇ ਤੇ ਆਪਾਂ ਖੇਸ ਵਿਛਾਉਣਾ ਹੈ। ਹੁਣ ਜਦੋਂ ਧੋਬੀ ਅੱਜ ਲੇਟ ਹੋ ਗਿਆ, ਨੂੰ ਆਵਾਜ਼ ਸੁਣੀ ਝਾੜੀਆਂ ਵਿੱਚ, ਕੀ ਵੇਖਦਾ? ਗੁਰੂ ਦਾ ਸਿੱਖ। ਕਹਿੰਦਾ ਤੂੰ ਇੱਥੇ ਗੁਰੂ ਦਾ ਸਿੱਖ ਹੈ, ਮੈਂ ਵੀ ਗੁਰੂ ਨੂੰ ਮੰਨਣ ਵਾਲਾ, ਚੱਲ ਮੇਰੇ ਨਾਲ। ਉਹ ਰਸਤੇ 'ਚ ਪੁੱਛਦਾ ਅਨੰਦਪੁਰ ਵਾਲੇ ਸਤਿਗੁਰੂ ਜੀ ਦਾ ਹਾਲ ਸੁਣਾ, ਪਰ ਭਾਈ ਜੈਤਾ ਕੁਝ ਨਹੀਂ ਬੋਲਦਾ। ਜਦੋਂ ਘਰ ਪਹੁੰਚੇ ਕਹਿੰਦਾ ਵੀ ਤੇਰੇ ਕੋਲ ਹੈ ਕੀ, ਇਹਨੂੰ ਹੇਠਾਂ ਰੱਖਣਾ ਕਰ। ਭਾਈ ਜੈਤਾ ਜੀ ਕਹਿੰਦੇ ਜੇ ਹੇਠਾਂ ਰੱਖਣਾ ਨਾ, ਪਹਿਲਾਂ ਜਿਹੜਾ ਤੂੰ ਕੰਬਲ, ਜਿਹੜਾ ਖੇਸ ਤੂੰ ਬੜੇ ਪਿਆਰ ਨਾਲ ਤੁਸੀਂ ਤਿਆਰ ਕੀਤਾ ਹੈ, ਉਹਨੂੰ ਹੇਠਾਂ ਵਿਛਾਉਣੀ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੀ ਇੱਛਾ ਪੂਰੀ ਕਰਨ ਵਾਸਤੇ ਆਏ ਨੇ, ਕਿਉਂਕਿ ਰੋਜ਼ ਅਰਦਾਸਾਂ ਕਰਿਆ ਕਰਦੇ ਸਨ ਵੀ ਇੱਕ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਉਣਾ ਹੈ। ਇਹ ਜੋ ਕੰਬਲ ਸੀ ਭਾਵਨਾ ਦੇ ਨਾਲ ਤਿਆਰ ਕੀਤਾ ਹੈ, ਇਹ ਹੇਠਾਂ ਵਿਛਾਵਾਂਗੇ ਤੇ ਗੁਰੂ ਸਾਹਿਬ ਨੂੰ ਬਿਠਾਵਾਂਗੇ। ਗੁਰੂ ਸਾਹਿਬ ਭਾਵੇਂ ਆਪ ਨਹੀਂ ਆਏ, ਪਰ ਗੁਰੂ ਸਾਹਿਬ ਦਾ ਸੀਸ ਦੇਖੋ, ਗੁਰੂ ਸਾਹਿਬ ਦਾ ਸੀਸ ਵੀ ਮਨੋ ਭਾਵਨਾਵਾਂ ਸੰਪੂਰਨ ਕਰਨ ਵਾਲਾ ਹੈ। ਜਦੋਂ ਹੇਠਾਂ ਕੇਸ ਵਿਛਾਇਆ, ਜਦੋਂ ਸੀਸ ਰੱਖਿਆ ਨਾ, ਤੇ ਦੋਨੋਂ ਮੀਆਂ ਬੀਬੀ ਰੋ ਰੋ ਕੇ ਬੇਹਾਲ ਹੋ ਕੇ ਭੁੱਬਾਂ ਮਾਰ ਕੇ ਰੋਏ, ਸਤਿਗੁਰੂ ਜੀ ਤੁਸੀਂ ਸ਼ਹਾਦਤ ਦਿੱਤੀ, ਬਲੀਦਾਨ ਦੇ ਕੇ ਵੀ ਸਾਡੀ ਮਨ ਦੀ ਅੰਤਮ ਇੱਛਾ ਪੂਰੀ ਕਰ ਦਿੱਤੀ। ਸੋ ਇਸ ਤਰ੍ਹਾਂ ਗੁਰੂ ਸਾਹਿਬ ਸਤਿਗੁਰੂ ਜੀ ਦਾ ਸੀਸ ਲੈ ਕੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ, ਜਿੱਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ। ਇੱਥੇ ਅੰਦਰ ਜੋ ਥੜਾ ਹੈ, ਇੱਥੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਤੇ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਨੂੰ ਆਵਾਜ਼ ਮਾਰੀ। ਭਾਈ ਜੈਤਾ ਜੀ ਜੋ ਸਭ ਤੋਂ ਪਿੱਛੇ ਨੀਵੀਂ ਪਾ ਕੇ ਧੋਣ ਖੜੇ ਸਨ, ਤੇ ਗਲਵਕੜੀ ਵਿੱਚ ਲੈ ਕੇ ਕਿਹਾ, ਰੰਗ ਰੇਟੇ ਗੁਰੂ ਕੇ ਬੇਟੇ, ਵੀ ਤੂੰ ਪੁੱਤਰ ਵਾਲਾ ਫਰਜ਼ ਅਦਾ ਕੀਤਾ ਹੈ, ਵੀ ਮੈਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਪੁੱਤਰ, ਤੂੰ ਵੀ ਪੁੱਤਰ ਤੋਂ ਘੱਟ ਨਹੀਂ। ਇੰਨੀਆਂ ਮੁਸੀਬਤਾਂ ਨੂੰ ਝੱਲਦਾ ਹੋਇਆ ਤੂੰ ਸੀਸ ਲੈ ਕੇ ਇੱਥੇ ਪਹੁੰਚਿਆ। ਹੁਣ ਚਸ਼ਮਦੀਦ ਗਵਾਹ ਕੇਵਲ ਭਾਈ ਜੈਤਾ ਸੀ, ਜਿਹਨੇ ਸਾਰੀਆਂ ਸ਼ਹਾਦਤਾਂ ਆਪਣੀ ਅੱਖਾਂ ਦੇ ਨਾਲ ਵੇਖੀਆਂ ਸੀ। ਹੁਣ ਗੁਰੂ ਸਾਹਿਬ ਨੇ ਪੁੱਛਿਆ ਵੀ ਕਿਸੇ ਨੇ ਉੱਥੇ ਹਾ ਦਾ ਨਾਰਾ ਨਹੀਂ ਮਾਰਿਆ? ਭਾਈ ਜੈਤਾ ਜੀ ਨੇ ਆਖਿਆ, ਸਤਿਗੁਰੂ ਜੀ ਅਣਗਿਣਤ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਿੱਖ ਇਕੱਤਰ ਸਨ, ਪਰ ਸਾਰੇ ਇੱਕੋ ਜਿਹੇ ਲੱਗਦੇ ਸਨ। ਮੈਨੂੰ ਪਛਾਣ ਨਹੀਂ ਆ ਸਕੀ ਵੀ ਕਿਹੜਾ ਗੁਰੂ ਦਾ ਸਿੱਖ ਹੈ ਤੇ ਕੌਣ ਨਹੀਂ। ਉਦੋਂ ਕਲਗੀਧਰ ਪਾਤਸ਼ਾਹ ਜੀ ਜਿਹੜਾ ਸਾਨੂੰ ਰੂਪ ਮਿਲਿਆ ਨਾ, ਆਪਾਂ ਸਾਬਤ ਸੂਰਤਾਂ, ਉਦੋਂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਆਖ ਦਿੱਤੇ ਸਨ ਵੀ ਹੁਣ ਮੈਂ ਐਸਾ ਸਿੱਖ ਬਣਾਵਾਂਗਾ, ਐਸਾ ਸਿੱਖ ਤਿਆਰ ਕਰਾਂਗਾ ਵੀ ਜਿਹਨੂੰ ਕੋਈ ਲੁਕਾਉਣਾ ਵੀ ਚਾਹੇਗਾ ਉਹ ਲੁਕੋਇਆ ਵੀ ਨਹੀਂ ਲੁਕੇਗਾ, ਵੀ ਐਸਾ ਸਿੱਖ ਬਣਾਵਾਂਗਾ। ਇਸ ਤਰ੍ਹਾਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ ਭਿਓ ਜਗਤ ਕੋ ਸੋਖ, ਹੈ ਸਭ ਜਗ ਭਿਓ ਜੈ ਜੈ ਸੁਰ ਲੋਕ। ਸੋ ਆਪਾਂ ਇਹ ਜੋ ਆਪਾਂ ਦਿਨ ਮਨਾਇਆ ਹੈ, ਇਹ ਤਾਂ ਹੀ ਸਾਡੇ ਸਫਲੇ ਨੇ ਜੇ ਆਪਾਂ ਗੁਰੂ ਸਾਹਿਬ ਦੇ ਜੋ ਉਪਦੇਸ਼, ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ 'ਚ ਵਸਾਈਏ, ਜੋ ਗੁਰੂ ਸਾਹਿਬ ਦਾ ਹੁਕਮ ਨੂੰ ਸੱਤ ਕਰਕੇ ਮੰਨੀਏ,
जिनका दिन मनाते हो उनकी बात को भी मानो, जिनका दिन मनाते हो उनकी रमज को भी जानो। सो अरदास करिए गुरु तेग बहादुर महाराज जी अगे। जदों आपां अरदास विच वचन पढ़दे आ ना, तेग बहादुर सिमरिया घर नो निद आवे धाए, सब थाई होए सहाय जिन्हां दा नाम लैंदियां ही 9 निधियां 18 सिद्धियां घर विच प्रवेश कर जांदियां ने। जो हर वक्त सहायक ने, सहायता करन वाले ने। अरदास करे सानू भी नाम दी दात सतगुरु जी बख्शिश करन। विसर नाही दातार अपना नाम देहो, गुण गावां दिन रात नानक चाओ एहो भुलां चुकां दी खिमा। बुलाओ फतेह। वाहिगुरू जी का खालसा वाहिगुरू जी की फतेह।